मारू महला तीजा। भले अमरदास गुण तेरे, तेरी उपमा तो ही बन आवे। तीजे पातशाह धन धन सतगुरु श्री गुरु अमरदास साहब जी महाराज शो पावन उपदेश दी बख्शिश करदे हन। नदरी भगता लहू मिलाए। हे प्रभु तू अपनी कृपा दृष्टि नाल अपने भगती करन वाले सेवकां नूं अपने नाल मेल लैंदा है। भगत सलाहन सदा लिवलाए। क्योंकि तेरे भगत सेवक जन हमेशा तेरे नाम दे विच अपनी लिव बिरती प्रीति लगा के तैनों सलाउंदे रहिंदे हन। ताओ सरनाई उभरह करते। हे रचनहार परमात्मा तेरे भगत तेरी शरण विच आके माया दे मोह तो बच जांदे हन। आपे मेल मिलाया। तू आप ही उन्हां नूं सतगुरां दे मेल विच या नाम दे मेल विच मिला के अपने स्वरूप नाल मिलाउणा कीता है। पूरा शब्द भगत सुहाई। हे प्रभु पूरन गुरां दे उपदेश करके तेरी शोभनीक भगति प्राप्त हुंदी है। अंतर सुख तेरा मन पाई। जदों किसी दी कीती हुई भगति तेरे मन हिरदे विच भगति भा जांदी है, तदों उस दे हिरदे विच आत्मक सुख प्राप्त हो जाता है। मन तन सच्ची भगति राता। उस दा मन हिरदा अते तन शरीर तेरी सच्ची भगति नाल रंगिया जांदा है। सच्चे स्यो चित लाया। अते उसने अपना जो चित मन है वो भी तेरे सच्चे नाम दे नाल लाया होया है। मैं विच साध जला शरीरा। भगति तो हीणियां दा अंगता ममता दी अग विच ही हमेशा तन शरीर सड़दा रहिंदा है। धर्म हुआ भेटे गुर पूरा। जेकर प्रभु दी मेहर होवे या जेकर कोई पूर्वला श्रेष्ठ कर्म होवे तां पूरन गुरु मिल पैंदा है। अंतर अज्ञान शब्द बुझाए। फिर पूरन गुरु अपने उपदेश करके हिरदे दे विच अज्ञान करके उत्पत्त हुई होमे दी अग्नि नूं बुझा दिंदा है। सतगुर ते सुख पाया। जिस दी अग्नि निवृत्त हो गई है उसने सतगुरां तो आत्मक आनंद पाउणा कीता है। मन मुख अंधा आंध कमाए। मन दे पिछे लगन वाला मनुख अन्ना अज्ञानी है, वो अज्ञान दा वाली कर्म ही कमाउंदा है। बहुत संकट जोनी परमाए। जिस करके बहुत सारे दुख भोगदा है अते बेअंत जूनियां विच भरमाया जांदा है। जम का जी बड़ा कदे ना काटै। ओह मनुख
ਮਨੁੱਖ ਆਪਣੇ ਗਲੋਂ ਜਮਾਂ ਦਾ ਫਾਹ ਕਦੇ ਵੀ ਕੱਟ ਨਹੀਂ ਸਕਦਾ। ਅੰਤੇ ਬਹੁ ਦੁਖ ਪਾਇਆ। ਇਸੇ ਕਾਰਨ ਅਖੀਰ ਮਰਨ ਵੇਲੇ ਬਹੁਤ ਦੁੱਖ ਪਾਉਣਾ ਕਰਦਾ ਹੈ। ਆਵਣ ਜਾਣਾ ਸ਼ਬਦ ਨਿਵਾਰੇ। ਇਹ ਭਾਈ ਉਹ ਪੁਰਖ ਆਪਣਾ ਸੰਸਾਰ ਵਿੱਚ ਜੰਮਣ ਮਰਨਾ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਨਿਵਰਤ ਕਰ ਲੈਂਦਾ ਹੈ। ਸਚ ਨਾਮ ਰੱਖੈ ਉਰ ਤਾਰੇ। ਜੋ ਪਰਮੇਸ਼ਰ ਦਾ ਸੱਚਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ ਹੈ। ਗੁਰ ਕੈ ਸ਼ਬਦ ਮਾਰੈ ਮਨ ਮਾਰੇ। ਜੋ ਗੁਰਾਂ ਦੇ ਉਪਦੇਸ਼ ਦੁਆਰਾ ਜੀਵਤ ਭਾਵ ਤੋਂ ਮਰਦਾ ਹੈ ਅਤੇ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਮਾਰਦਾ ਹੈ। ਮੈਂ ਜਾਏ ਸਮਾਇਆ। ਉਸ ਦੀ ਹੰਗਤਾ ਮਮਤਾ ਨਿਵਰਤ ਹੋ ਜਾਂਦੀ ਹੈ ਅਤੇ ਉਹ ਪ੍ਰਭੂ ਦੇ ਸਰੂਪ ਦੇ ਵਿੱਚ ਸਮਾ ਜਾਂਦਾ ਹੈ। ਆਵਣ ਜਾਣੈ ਪਰਜ ਵਿਗੋਈ। ਆਉਣ ਜਾਣ ਭਾਵ ਜੰਮਣ ਮਰਨ ਵਿੱਚ ਸਾਰੀ ਸ੍ਰਿਸ਼ਟੀ ਖਰਾਬ ਹੋ ਰਹੀ ਹੈ। ਸਤਿਗੁਰ ਥਿਰ ਕੋਈ ਨਾ ਹੋਈ। ਸਤਿਗੁਰੂ ਸਾਹਿਬ ਜੀ ਨੂੰ ਧਾਰਨ ਕੀਤੇ ਤੋਂ ਬਿਨਾ ਕੋਈ ਵੀ ਜੰਮਣ ਮਰਨ ਤੋਂ ਰਹਿਤ ਤੁਰਿਆ ਪਦ ਵਿੱਚ ਅਸਥਿਤ ਨਹੀਂ ਹੁੰਦਾ। ਅੰਤਰ ਜੋਤ ਸ਼ਬਦ ਸੁਖ ਵਸਿਆ। ਜਿਸ ਦੇ ਹਿਰਦੇ ਵਿੱਚ ਗੁਰਾਂ ਦੇ ਉਪਦੇਸ਼ ਦੁਆਰਾ ਜੋਤੀ ਸਰੂਪ ਬ੍ਰਹਮ ਪ੍ਰਗਟ ਹੋਇਆ ਹੈ ਉਸ ਦੇ ਅੰਤਰ ਆਤਮਿਕ ਆਨੰਦ ਵਸ ਗਿਆ ਹੈ। ਜੋਤੀ ਜੋਤ ਮਿਲਾਇਆ। ਅਤੇ ਜੋਤੀ ਸਰੂਪ ਪ੍ਰਭੂ ਨੇ ਉਸ ਦੀ ਪ੍ਰਤੱਖ ਜੋਤ ਨੂੰ ਆਪਣੇ ਨਾਲ ਮੇਲ ਲਿਆ ਹੈ। ਪੰਜ ਦੂਤ ਚਿਤ ਵਹਿ ਵਿਕਾਰਾ। ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਇਹਨਾਂ ਪੰਜਾਂ ਦੂਤਾਂ ਦੇ ਕਾਰਨ ਜੀਵ ਵਿਕਾਰਾਂ ਨੂੰ ਚਿਤਵਦੇ ਰਹਿੰਦੇ ਨੇ ਜਾਂ ਵਿਕਾਰ ਦੂਜੀਆਂ ਭਾਵ ਟੇਢੀਆਂ ਖੋਟੀਆਂ ਗਾਰਾਂ ਨੂੰ ਚੇਤੇ ਕਰਦੇ ਰਹਿੰਦੇ ਹਨ। ਮਾਇਆ ਮੋਹ ਕਾ ਇਹੋ ਪਸਾਰਾ। ਇਹ ਸਭ ਪਸਾਰਾ ਮਾਇਆ ਦੇ ਮੋਹ ਦਾ ਹੀ ਫੈਲਿਆ ਹੋਇਆ ਹੈ। ਸਤਿਗੁਰ ਸੇਵੇ ਤਾ ਮੁਕਤ ਹੋਵੈ। ਜੇਕਰ ਕੋਈ ਸਤਿਗੁਰਾਂ ਨੂੰ ਸੇਵਨਾ ਕਰਦਾ ਹੈ ਤਦੋਂ ਹੀ ਮੁਕਤ ਹੋ ਸਕਦਾ ਹੈ। ਪੰਜ ਦੂਤ ਵਸ ਆਇਆ। ਅਤੇ ਪੰਜੇ ਕਾਮ ਕ੍ਰੋਧ ਆਦਿਕ ਜਿਹੜੇ ਦੂਤ ਨੇ ਉਹਦੇ ਅਧੀਨ ਹੋ ਆਉਂਦੇ ਹਨ। ਬਾਜ ਗੁਰੂ ਹੈ ਮੋਹ ਗੁਬਾਰਾ। ਗੁਰੂ ਧਾਰਨ ਕੀਤੇ ਤੋਂ ਬਿਨਾ ਜਾਂ ਗੁਰਾਂ ਦੇ ਉਪਦੇਸ਼ ਕਮਾਏ ਤੋਂ ਬਿਨਾ ਮੋਹ ਦਾ ਹਨੇਰਾ ਹੀ ਪਿਆ ਰਹਿੰਦਾ ਹੈ। ਫਿਰ ਡੁੱਬੈ ਵਾਰੋ ਵਾਰਾ। ਜੀਵ ਬਾਰ-ਬਾਰ ਜਨਮ ਧਾਰ ਕੇ ਮੁੜ ਮੁੜ ਸੰਸਾਰ ਦੇ ਵਿਸ਼ਿਆਂ ਨੂੰ ਪਾਣੀ ਵਿੱਚ ਡੁੱਬਦਾ ਰਹਿੰਦਾ ਹੈ। ਸਤਿਗੁਰ ਭੇਟੇ ਸੱਚ ਦ੍ਰਿੜਾਏ। ਜਿਸ ਨੂੰ ਸਤਿਗੁਰੂ ਸਾਹਿਬ ਜੀ ਮਿਲ ਕੇ ਆਪਣਾ ਸੱਚਾ ਉਪਦੇਸ਼ ਦ੍ਰਿੜ ਕਰਵਾਉਂਦਾ ਹੈ। ਸੱਚ ਨਾਮ ਮਨ ਪਾਇਆ। ਉਸ ਦੇ ਮਨ
ਹਿਰਦੇ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਚੰਗਾ ਲੱਗ ਆਉਂਦਾ ਹੈ। ਸਾਚਾ ਦਰ ਸਾਚਾ ਦਰਬਾਰਾ। ਪ੍ਰਭੂ ਦਾ ਸਾਧ ਸੰਗਤ ਰੂਪ ਸੱਚਾ ਦਵਾਰ ਹੈ ਅਤੇ ਸੱਚਖੰਡ ਰੂਪ ਦਰਬਾਰ ਵੀ ਸੱਚਾ ਹੈ। ਸੱਚੀ ਸਿਵ ਹੈ ਸ਼ਬਦ ਪਿਆਰਾ। ਜੋ ਸਤ ਸੰਗਤ ਵਿੱਚ ਮਿਲ ਕੇ ਸੱਚੇ ਨਾਮ ਨੂੰ ਸੇਵਦੇ ਨੇ ਉਹਨਾਂ ਨੂੰ ਗੁਰਾਂ ਦਾ ਉਪਦੇਸ਼ ਪਿਆਰਾ ਲੱਗਣ ਲੱਗ ਪੈਂਦਾ ਹੈ। ਜਾਂ ਜਿਨ੍ਹਾਂ ਨੂੰ ਗੁਰਾਂ ਦਾ ਉਪਦੇਸ਼ ਪਿਆਰਾ ਲੱਗਦਾ ਹੈ ਉਹ ਸੱਚੇ ਨਾਮ ਨੂੰ ਸੇਵਨਾ ਕਰਦੇ ਹਨ। ਸੱਚੀ ਧੌਨਾ ਸੱਚੇ ਗੁਣ ਗਾਵਾ। ਉਹਨਾਂ ਦੇ ਅੰਦਰੋਂ ਸੱਚੀ ਭਗਤੀ ਦੀ ਆਵਾਜ਼ ਨਿਕਲਦੀ ਹੈ ਅਤੇ ਸੱਚੇ ਹੀ ਗੁਣਾਂ ਨੂੰ ਉਹ ਗਾਇਨ ਕਰਦੇ ਹਨ। ਸੱਚੇ ਮਾਹੇ ਸਮਾਇਆ। ਉਹਨਾਂ ਦਾ ਮਨ ਸੱਚੇ ਪ੍ਰਭੂ ਦੇ ਵਿੱਚ ਹੀ ਲੀਨ ਹੋਇਆ ਰਹਿੰਦਾ ਹੈ। ਘਰ ਅੰਦਰ ਕੋ ਘਰ ਪਾਏ। ਇਸ ਮਨੁੱਖਾ ਸਰੀਰ ਰੂਪੀ ਘਰ ਅੰਦਰ ਕੋਈ ਵਿਰਲਾ ਆਤਮਿਕ ਸਰੂਪ ਰੂਪੀ ਘਰ ਨੂੰ ਪਾਉਂਦਾ ਹੈ ਜਾਂ ਅੰਤਕਰਨ ਰੂਪੀ ਘਰ ਦੇ ਅੰਦਰ ਤੁਰਿਆ ਪਦ ਰੂਪੀ ਘਰ ਨੂੰ ਕੋਈ ਵਿਰਲਾ ਹੀ ਪਾਉਂਦਾ ਹੈ। ਜਗ ਮੈਂ ਉਤਮ ਕਾਢੀਆ ਹੈ ਵਿਰਲੇ ਕੇਈ ਕੇ। ਗੁਰ ਕਾ ਸਬਦੇ ਸਹਿਜ ਸੁਭਾਏ। ਉਹ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸ਼ਾਂਤੀ ਸੁਭਾਅ ਧਾਰਨ ਕਰਦਾ ਹੈ। ਉਥੈ ਸੋਗ ਵਿਜੋਗ ਨਾ ਵਿਆਪੈ। ਉਥੇ ਸਰੂਪ ਜਾਂ ਤੁਰਿਆ ਪਦ ਰੂਪੀ ਘਰ ਵਿੱਚ ਪਦਾਰਥਾਂ ਦੇ ਵਿਛੜਨੇ ਤੋਂ ਉਤਪਤ ਹੋਣ ਵਾਲਾ ਗਮ ਅਤੇ ਸੰਬੰਧੀਆਂ ਆਦਿਕ ਦਾ ਵਿਛੋੜ ਆਦਿਕ ਨਹੀਂ ਵਿਆਪਦਾ। ਸਹਿਜੀ ਸਹਿਜ ਸਮਾਇਆ। ਉਥੇ ਪਹੁੰਚਣ ਵਾਲਾ ਪੁਰਖ ਗਿਆਨ ਕਰਕੇ ਸੁਭਾਵਿਕ ਹੀ ਸ਼ਾਂਤ ਸਰੂਪ ਦੇ ਵਿੱਚ ਸਮਾ ਜਾਂਦਾ ਹੈ। ਦੂਜੈ ਭਾਈ ਦੁਸ਼ਟਾ ਕਾ ਵਾਸਾ। ਦਵੈਤ ਭਾਵ ਦੇ ਵਿੱਚ ਲੱਗਣ ਕਰਕੇ ਭੈੜੇ ਕਾਮ ਕ੍ਰੋਧ ਆਦਿਕਾਂ ਦਾ ਹੀ ਹਿਰਦੇ ਵਿੱਚ ਨਿਵਾਸ ਹੁੰਦਾ ਹੈ। ਭਾਉ ਦੇ ਫਿਰ ਹੈ ਬਹੁ ਮੋਹ ਪਿਆਸਾ। ਇਹਨਾਂ ਵਿੱਚ ਲੱਗਣ ਵਾਲੇ ਪੁਰਖ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਨੇ ਅਤੇ ਉਹਨਾਂ ਨੂੰ ਹਰ ਸਮੇਂ ਬਹੁਤ ਮੋਹ ਅਤੇ ਤ੍ਰਿਸ਼ਨਾ ਲੱਗੀ ਰਹਿੰਦੀ ਹੈ ਜਾਂ ਬਹੁਤ ਮੋਹ ਅਤੇ ਤ੍ਰਿਸ਼ਨਾ ਕਰਕੇ ਜੂਨਾਂ ਵਿੱਚ ਭਟਕਦੇ ਫਿਰਦੇ ਹਨ। ਕੁਸੰਗਤ ਬਾਹ ਹੈ ਸਦਾ ਦੁੱਖ ਪਾਵੈ। ਜੋ ਖੋਟੇ ਪੁਰਖਾਂ ਦੀ ਸੰਗਤ ਵਿੱਚ ਬੈਠਦੇ ਨੇ ਉਹ ਹਮੇਸ਼ਾ ਕਸ਼ਟ ਹੀ ਪਾਉਣਾ ਕਰਦੇ ਹਨ। ਕਬੀਰ ਉਹ ਸਾਕਤ ਐਸਾ ਹੈ ਜੈਸੀ ਲਸਨ ਕੀ ਖਾਣ। ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ। ਕਬੀਰ ਮਾਰੀ ਮਰੋ ਕੋ ਸੰਗ ਕੀ। ਹੇ ਗੁਰਮੁਖਾ ਜੇ ਤੂੰ ਪਰਮਾਤਮਾ ਦੀ ਸਿਫਤ ਸਲਾਹ ਛੱਡ ਦਿੱਤੀ ਤਾਂ ਤੂੰ ਉਸ ਬੇਰੀ ਦੀ ਤਰ੍ਹਾਂ ਹੈ। ਕੇਲੇ ਨਿਕਟ ਜੋ ਬੇਰ ਜੋ ਕੇਲੇ ਦੇ ਨੇੜੇ ਹੁੰਦੀ ਹੈ ਉਹ ਝੂਲੇ ਉਹ ਚੀਰੀ ਹੈ ਸਾਗਤ ਸੰਗ ਨਾ ਹੇਰ। ਉਹ ਜਿਹੜੇ ਕੇਲੇ ਦੇ ਪੱਤੇ ਨੇ ਉਹ ਤਾਂ ਝੂਮਦੇ ਨੇ ਹਾਥੀ ਦੇ ਕੰਨਾਂ ਵਾਂਗ ਤੇ ਜਿਹੜੀ ਬੇਰੀ ਹੈ ਉਹ ਕੰਡੇ ਮਾਰ ਮਾਰ ਕੇ ਉਹਨਾਂ ਨੂੰ ਚੀਰੀ ਜਾਂਦੀ ਹੈ। ਇਸ ਲਈ ਪਾਪੀ ਬੰਦੇ ਦੀ ਸ਼ੋਭਤ ਨੂੰ ਤੂੰ ਕਦੀ ਦੇਖ ਵੀ ਨਾ ਤੱਕ ਵੀ ਨਾ, ਕਿਉਂਕਿ ਬੁਰੀ ਸੰਗਤ ਨੇ ਕਈਆਂ ਨੂੰ ਤਬਾਹ ਕਰ ਦਿੱਤਾ ਹੈ।
बुरी संगत डोबदी बेड़े। वेखो रावण नूं तबाह कर दिता, हरनाकश नूं तबाह कर दिता, जहांगीर औरंगजेब वर्गियां नूं तबाह कर दिता। जिहड़े सलाह देण वाले ने वो बंदे नूं मारदे ने। अजकल भी सरकारां विच यही काम चल रहा है। बुरी सलाह जिहड़ी है वो बंदे नूं बर्बाद कर दिंदी है। कबीर मन पंखी भयो, उड उड दे दिस जाए, जो जैसी संगत मिले सो तैसो फल खाए। ये जिहड़ा साडा मन है एक नरम मेल की तरह है। जे बुरी संगत करूगा तो बुरा फल, जे चंगी करूगा तो चंगा फल प्राप्त होवेगा। इसलिए महाराज कहते जिहड़ा कोई संगत विच बैठदा है वो सदा दुख ही दुख पाउंदा है। दुखो दुख कमाया, उन्होंने दुख ही दुख कमाया है। सतगुर बाजहो संगत ना होई, सतगुरां तो बिना संगत की ज्ञात प्राप्त नहीं हो सकती। बिन सबदे पार ना पाए कोई, अते गुरां दी उपदेश दी कमाई कीती तो बिना कोई भी संसार समुंदर तो पार नहीं पै सकदा। सहजे गुण रव है दिन राती, जो गुरां दी संगत विच मिल के दिन रात शांतपूर्वक प्रभु दे गुणां नूं उचारण करदा है। ज्योति जोत मिलाया, ज्योति स्वरूप परमात्मा ने उसकी परतक जोत नूं आपदे स्वरूप दे विच मिलाया है। आया बिरख पंखी विच वासा, ये शरीर एक रुख दी न्याई है अते इस विच जीव रूप पंछियां दा निवास है। अमृत चुग है गुर शब्द निवासा, जिन्हां जीवां दे हिरदे अंदर गुरां दे उपदेश दा वासा है वो जीव रूप पंछी नाम अमृत रूप चोगे नूं चुगदे रहिंदे हन। इसे प्रकार काया बिरख पंखी विच वासा, जो संसार रूपी बिरख विच पंछियां दी न्याई अपना वासा समझदे ने कि इथे सदा नहीं रहना। बिरख बसेरो पंख को तैसो एहो संसार। अमृत चुग है गुर शब्द निवासा, ओहो गुरां दे शब्द विच निवास करके नाम अमृत रूप चोगे नूं चुगदे हन। उड है ना मूले ना आवह ना जाही, ओहो वासना करके कदाचित भी संसार दे पदार्थां मल उठदे नहीं हन, ना ही जन्म धार के आउंदे ने ते ना ही हार के किते जांदे हन। निज घर वासा पाया, उन्हां ने अपने स्वरूप रूपी घर विच निवास पाया है। काया सुध है शब्द विचार है, जेड़ा पुरख देही नूं सोधदा है यानी देही नूं जिहड़े गुरमुख खोजना करदे हन। जो ब्रह्मंड सोई पिंड, जो खोजै सो पावै, पीपा भरनवै परम तत है, सतगुरु होए लखावै। ओह ठगौरी भरम निवार है, सो ओ मोह रूपी ठग बूटी ते भरम नूं निवृत्त कर लेंदे हन। आपे कृपा करे सुख दाता, जिस उपर सुख देने वाला प्रभु आप ही अपनी मेहर करदा है। मेहर करे जिस मेहरबान ता कारज आवे रास। आपे मेल मिलाया, जिस दे मेहर
ਕਰਦਾ ਹੈ ਉਸ ਨੂੰ ਆਪ ਹੀ ਗੁਰਾਂ ਦੇ ਮੇਲ ਦੁਆਰਾ ਆਪਣੇ ਸਰੂਪ ਨਾਲ ਮਿਲਾਉਣਾ ਕੀਤਾ ਹੈ। ਸਾਧ ਹੀ ਨੇੜਾ ਦੂਰ ਨਾ ਜਾਣੋ। हे ਭਾਈ, ਉਹ ਪਰਮਾਤਮਾ ਹਮੇਸ਼ਾ ਹੀ ਕੋਲ ਹੈ, ਭਾਵ ਸਦਾ ਅੰਗ ਸੰਗੇ ਅਪੰਗੰ ਵਿਭੂਤੇ, ਹਮੇਸ਼ਾ ਅੰਗ ਸੰਗ ਹੈ। ਗੁਰ ਕਾ ਸ਼ਬਦ ਨਜੀਕ ਪਛਾਣੋ। ਉਸ ਨੂੰ ਤੁਸੀਂ ਕਦੀ ਵੀ ਦੂਰ ਨਾ ਜਾਣੋ, ਉਹ ਤਾਂ ਗੁਰਾਂ ਦੇ ਉਪਦੇਸ਼ ਦੁਆਰਾ ਨੇੜੇ ਹੀ ਦਿਖਾਉਂਦਾ ਹੈ। ਗੁਰਾਂ ਦਾ ਸ਼ਬਦ ਪੜ੍ਹੋ, ਸ਼ਬਦ ਦਾ ਅਭਿਆਸ ਕਰੋ, ਉਸ ਪ੍ਰਭੂ ਨੂੰ ਆਪਣੇ ਨੇੜੇ ਪਹਿਚਾਨਣਾ ਕਰੋ। ਸਾਧ ਹਜੂਰ ਹਾਜ਼ਰ ਹੈ ਨਾਜ਼ਰ, ਕਤੇ ਨ ਪਇਓ ਦੁਰਾਈ। ਰਾਜਪੂਤ ਰਾਜੇ ਪੂਨੇ ਸਤਾਰੇ ਦੇ ਕਿਲੇ ਵਿੱਚ ਕੈਦ ਸਨ। ਬਾਲਾ ਰਾਓ ਤੇ ਰੁਸਤਮ ਰਾਓ ਸਿੱਖ ਪਹਿਰੇਦਾਰ ਪਾਸੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣ ਕੇ ਉਹਨਾਂ ਦੇ ਮਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਤੀ ਸ਼ਰਧਾ ਉਤਪੰਨ ਹੋਈ, ਔਰ ਉਹਨਾਂ ਨੇ 40 ਦਿਨ ਦੇ ਨਿਯਮ ਨਾਲ ਕੰਟੀਨਿਊ ਦੋਵਾਂ ਭਰਾਵਾਂ ਨੇ ਵਾਰੀ ਅਭਿਆਸ ਸ਼ੁਰੂ ਕਰ ਦਿੱਤਾ। ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਨੂੰ ਨੀਂਦ ਆਉਂਦੀ, ਦੂਜਾ ਜਾ ਕੇ ਬੈਠ ਜਾਂਦਾ। ਤਾਂ ਕਲਗੀਧਰ ਮਹਾਰਾਜ ਨੂੰ ਸੱਚਖੰਡ ਗਿਆ 30 ਸਾਲ ਦੇ ਲਗਭਗ ਹੋ ਗਏ ਸਨ। ਗੁਰੂ ਸਾਹਿਬ ਨੇ ਉਹਨਾਂ ਦੀ ਸ਼ਰਧਾ ਵੇਖ ਕੇ ਪ੍ਰਤੱਖ ਘੋੜੇ ਸਮੇਤ ਉਹਨਾਂ ਨੂੰ ਦਰਸ਼ਨ ਦਿੱਤੇ। ਆਖਿਆ ਕਿ ਘੋੜੇ ਦੀਆਂ ਰਕਾਬਾਂ ਪਕੜੋ ਅਤੇ ਸਾਰੇ ਸਿਕਿਉਰਿਟੀ ਗਾਰਡਾਂ ਨੂੰ ਦੱਸ ਦਿਓ ਕਿ ਸਾਨੂੰ ਸਾਡਾ ਗੁਰੂ ਇੱਥੋਂ ਲਿਜਾ ਰਿਹਾ ਹੈ। ਜੇ ਕਿਸੇ ਦੇ ਪਿਓ ਦੀ ਤਾਕਤ ਹੈ ਤਾਂ ਸਾਨੂੰ ਫੜ ਕੇ ਦਿਖਾਏ। ਕਹਿੰਦੇ ਮਹਾਰਾਜ ਰੌਲਾ? ਕਹਿੰਦੇ ਹਾਂ ਰੌਲਾ ਪਾਓ। ਉਹ ਸਾਰੇ ਇਕੱਠੇ ਹੋ ਕੇ ਵੇਖਣ ਲੱਗ ਪਏ ਅਤੇ ਜਿਸ ਤਰ੍ਹਾਂ ਸੂਰਜ ਦੇ ਨੇੜੇ ਨਹੀਂ ਕੋਈ ਜਾ ਸਕਦਾ, ਇਸ ਤਰ੍ਹਾਂ ਮਹਾਰਾਜ ਸੂਰਜ ਦੀ ਤਰ੍ਹਾਂ ਪ੍ਰਕਾਸ਼ ਸੀਗਾ। ਉਹ ਦੇਖ ਰਹੇ ਨੇ ਪਰ ਲਾਗੇ ਨਹੀਂ ਕੋਈ ਜਾ ਸਕਦਾ, ਇੰਨਾ ਪੈ ਹੈ। ਇੱਕ ਨੇ ਸੱਜੀ ਰਕਾਬ ਫੜੀ, ਦੂਜੇ ਨੇ ਖੱਬੀ ਫੜੀ। ਹੈਲੀਕਾਪਟਰ ਦੀ ਤਰ੍ਹਾਂ ਉਹਨੂੰ ਉੱਪਰ ਦੀ ਪੂਨੇ ਸਤਾਰੇ ਦੇ ਉੱਪਰ ਛੱਤ ਥਾਣੀ ਉਹਨਾਂ ਨੂੰ ਕੱਢਿਆ, ਜਿਹੜਾ ਰਸਤਾ ਸੀਗਾ। ਗੇਟ ਵੀ ਖੁੱਲ੍ਹ ਗਏ, ਜਿੰਦਰੇ ਵੀ ਖੁੱਲ੍ਹ ਗਏ, ਛੱਤ ਵੀ ਉੱਪਰੋਂ ਖੁੱਲ੍ਹ ਗਈ। ਜਿਹੜਾ ਰਾਹ ਮੁੱਗ ਰੱਖਿਆ ਸੀ ਉੱਪਰ ਦੀ ਮਾਰੇ ਨੇ ਉਡਾ ਕੇ ਕੱਢੇ। ਅਤੇ ਮਨਮਾੜ ਜਿੱਥੇ ਸਟੇਸ਼ਨ ਹੈ, ਜੰਕਸ਼ਨ ਹੈ, ਜਿੱਥੋਂ ਹਜੂਰ ਸਾਹਿਬ ਨੂੰ ਗੱਡੀ ਟਰਨ ਕਰਦੀ ਹੈ ਅਤੇ ਦੂਜੇ ਪਾਸੇ ਬੰਬੇ ਨੂੰ ਟਰਨ ਕਰਦੀ ਹੈ, ਉੱਥੇ ਗੁਰਦੁਆਰਾ ਬੰਦੀ ਛੋੜ ਸਾਹਿਬ, ਉੱਥੇ ਮਹਾਰਾਜ ਨੇ ਉੱਪਰ ਪਹਾੜੀ ਦੇ ਉੱਪਰ ਉਹਨਾਂ ਭਰਾਵਾਂ ਨੂੰ ਉਤਾਰਿਆ। ਉਹ ਰੋਣ, ਕਹਿਣ ਮਹਾਰਾਜ ਆਪਾਂ ਤਾਂ ਨਹੀਂ ਇੱਥੇ ਰਹਿਣਾ, ਆਪਾਂ ਤੁਹਾਡੇ ਨਾਲ ਹੀ ਜਾਣਾ। ਮਹਾਰਾਜ ਕਹਿੰਦੇ ਨਹੀਂ ਭਾਈ, ਸੰਸਾਰ ਦੀ ਮਰਜ਼ਾਦਾ ਪ੍ਰਭੂ ਦੇ ਨਿਯਮ ਦੇ ਨਾਲ ਹੈ। ਤੁਹਾਡੀ ਅਜੇ ਪ੍ਰਾਰਬਧ ਬਾਕੀ ਹੈ, ਤੁਸੀਂ ਉਹਨਾਂ ਚਿਰ ਭੋਗੋ, ਫਿਰ ਸਾਡੇ ਕੋਲ ਪਹੁੰਚਿਓ। ਅਤੇ ਇਸ ਤਰ੍ਹਾਂ ਖਹਿੜਾ ਨਹੀਂ ਕਰਨਾ, ਇਹ ਤਾਂ ਅਸੀਂ ਤੁਹਾਨੂੰ ਕੱਢਣ ਵਾਸਤੇ ਆਏ ਸੀਗੇ। ਕਹਿੰਦੇ ਜੀ ਸਾਨੂੰ ਫਿਰ ਕੁੱਟਣਗੇ, ਸਾਨੂੰ ਫਿਰ ਜੇਲ੍ਹ 'ਚ ਸੁੱਟ ਦੇਣਗੇ। ਮਹਾਰਾਜ ਕਹਿੰਦੇ ਤੁਹਾਡੀ ਹਵਾ ਵੱਲ ਵੀ ਕੋਈ ਨਹੀਂ ਵੇਖ ਸਕਦਾ, ਤੁਸੀਂ ਇੱਥੋਂ ਥੋੜ੍ਹੀ ਹੀ ਦੂਰ ਸੱਚਖੰਡ ਹਜੂਰ ਸਾਹਿਬ ਜਾਵੋ, ਸਾਡਾ ਖਾਲਸਾ ਉੱਥੇ ਰਹਿੰਦਾ ਹੈ। ਆ ਸਾਖੀ ਸੁਣਾਓ, ਖਾਲਸੇ ਦੀ ਮਦਦ ਨਾਲ ਤੁਸੀਂ ਆਪਣਾ ਰਾਜ ਭਾਗ ਕਾਇਮ ਕਰੋ। ਤਾਂ ਉਹਨਾਂ ਖਾਲਸੇ ਨੂੰ ਇਹ ਸਾਰੀ ਸਾਖੀ ਸੁਣਾਈ, ਉੱਥੇ ਚੜ੍ਹਦੀ ਕਲਾ ਦੇ ਨਾਲ ਰਹੇ। ਫਿਰ ਮਾਤਾ ਭਾਗੋ ਜੀ ਨੂੰ ਮਾਂ ਬਣਾ ਕੇ ਉੱਥੋਂ ਆਪਦੇ ਨਾਲ ਹੀ, ਜਿੱਥੇ ਜਨਵਾੜਾ ਸ਼ਹਿਰ ਹੈ ਬਿਦਰ ਕਰਨਾਟਕਾ ਦੇ ਵਿੱਚ, ਗੁਰਦੁਆਰਾ ਨਾਨਕ ਝੀਰੇ ਤੋਂ ਪਹਿਲਾਂ ਆਉਂਦਾ ਹੈ, ਉੱਥੇ ਉਹਨਾਂ ਦਾ ਕਿਲਾ ਅਜੇ ਵੀ ਮੌਜੂਦ ਹੈ। ਮਾਤਾ ਭਾਗੋ ਜੀ ਦਾ ਉੱਥੇ ਸੱਚਖੰਡ ਗਮਨ ਅਸਥਾਨ ਹੈ। ਉੱਥੇ ਖਾਲਸੇ ਦੀ ਮਦਦ ਨਾਲ ਆਪਦਾ ਰਾਜ ਭਾਗ ਕਾਇਮ ਕੀਤਾ। ਇਸ ਲਈ ਮਾਰੇ ਕਹਿੰਦੇ ਸਦ ਹੀ ਨੇੜੇ ਦੂਰ ਨਾ ਜਾਣੋ। ਵਾਹਿਗੁਰੂ ਨੂੰ ਹਮੇਸ਼ਾ ਨੇੜੇ ਜਾਣੋ, ਉਹਨੂੰ ਦੂਰ ਨਾ ਜਾਣੋ, ਕਿਉਂਕਿ ਦੂਰ ਨਾ ਹੀ ਮੇਰੋ ਪ੍ਰਭ ਪਿਆਰਾ। ਕਹਿ ਰਵਿਦਾਸ ਹਾਥ ਪੈ ਨੀਰੈ, ਸਹਿਜੇ ਹੋਏ ਸੋ ਹੋਈ। ਉਹ ਤਾਂ ਸਾਹ ਰਗ ਤੋਂ ਵੀ ਨੇੜੇ ਹੈ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਇੱਕ ਸੰਤਾਂ ਦੇ ਕੋਲ ਦੋ ਮਨੁੱਖ ਗਏ,
ਗਿਆਨ ਦੀ ਪ੍ਰਾਪਤੀ ਵਾਸਤੇ। ਤੇ ਕਹਿਣ ਲੱਗੇ ਜੀ ਸਾਨੂੰ ਆਪਣਾ ਚੇਲਾ ਬਣਾ ਲਓ, ਕਿਉਂਕਿ ਉੱਥੇ ਨਿਤਾ ਪ੍ਰਤੀ ਗਿਆਨ ਆਦਿਕ ਗ੍ਰੰਥਾਂ ਦੀ ਪੜ੍ਹਾਈ ਹੁੰਦੀ ਸੀ। ਅਨੇਕ ਪ੍ਰਕਾਰ ਦੇ ਦ੍ਰਿਸ਼ਟਾਂਤਾਂ ਪ੍ਰਮਾਣਾਂ ਰਾਹੀਂ ਉਹ ਸੰਤ ਸਮਝਾਉਂਦੇ ਸੀ। ਤੇ ਸੰਤ ਕਹਿੰਦੇ ਠੀਕ ਹੈ ਬਾਈ, ਸਾਡੀ ਗੱਲ ਮੰਨਣੀ ਪਊਗੀ। ਕਹਿੰਦੇ ਜੀ 7 ਬਚਨ, ਕਹਿੰਦੇ ਪੜ੍ਹੋ। ਫਿਰ ਮਨ ਲਾ ਕੇ ਉਹਨਾਂ ਦੀ ਪੜ੍ਹਾਈ ਪੂਰੀ ਹੋ ਗਈ। ਸੰਤਾਂ ਨੇ ਸੋਚਿਆ ਵੀ ਇਹਨਾਂ ਨੂੰ ਕਿੰਨਾ ਕੁ ਗਿਆਨ ਹਾਸਲ ਹੋਇਆ। ਜਿਵੇਂ ਸਕੂਲਾਂ ਕਾਲਜਾਂ 'ਚ ਪੇਪਰ ਹੁੰਦੇ ਨੇ, ਇਹਨਾਂ ਦੀ ਪ੍ਰੀਖਿਆ ਕਰਕੇ ਵੇਖ ਤਾਂ ਲਵਾਂ। ਗੁਰੂ ਨੇ ਉਹਨਾਂ ਦੋਵਾਂ ਨੂੰ ਇੱਕ ਇੱਕ ਕਬੂਤਰ ਸੌਂਪ ਦਿੱਤਾ ਅਤੇ ਕਿਹਾ, ਇਹ ਗੁਰਮੁਖੋ, ਅੱਜ ਮੇਰਾ ਮਨ ਕਬੂਤਰਾਂ ਦਾ ਮਾਸ ਖਾਣ ਨੂੰ ਕਰਦਾ ਹੈ। ਤੁਸੀਂ ਇਹ ਕਬੂਤਰ ਲੈ ਜਾਵੋ ਤੇ ਡੇਰੇ ਤੋਂ ਦੂਰ ਮਾਰ ਕੇ ਲਿਆਉਣੇ ਨੇ, ਪਰ ਧਿਆਨ ਰੱਖਣਾ ਕਿ ਆਪਾਂ ਧਾਰਮਿਕ ਲੋਕ ਹਾਂ, ਕਿਤੇ ਕੋਈ ਤੁਹਾਨੂੰ ਵੇਖ ਨਾ ਲਵੇ, ਛੁਪ ਕੇ ਕਿਧਰੇ ਮਾਰਨੇ ਨੇ, ਨਹੀਂ ਤਾਂ ਆਪਣੀ ਬਦਨਾਮੀ ਹੋ ਜਾਏਗੀ। ਲੋਕ ਕਹਿਣਗੇ ਸੰਤਾਂ ਦੇ ਚੇਲੇ ਵੇਖੋ ਕਬੂਤਰ ਮਾਰ ਕੇ ਖਾਂਦੇ ਨੇ। ਜਿਵੇਂ ਅੱਜ ਕੱਲ੍ਹ ਵੀ ਬਹੁਤ ਧਾਰਮਿਕ ਭੇਖਤਾਰੀ ਲੋਕ ਛਿਪ ਕੇ ਕੁੰਡੀ ਮਾਰ ਕੇ ਅੰਦਰ ਖਾਤੇ ਮੀਟ ਮੁਰਗਾ ਆਂਡਾ ਸਭ ਦਗੜਦੀ ਮਗੜਦੀ ਕਰੀ ਜਾਂਦੇ ਨੇ ਕਿ ਦੁਨੀਆ ਦੇਖ ਨਾ ਲਵੇ। ਜੇ ਖਾਣਾ ਸ਼ਰੇਆਮ ਖਾਓ, ਗਾਤਰਾ ਲਾ ਕੇ ਤੁਸੀਂ ਇੱਥੇ ਮਹਾਰਾਜ ਨੂੰ ਦੇ ਜਾਓ ਜਿੱਥੋਂ ਲੈ ਕੇ ਗਏ ਹੋ। ਸਵੇਰੇ ਨਹਾ ਧੋ ਕੇ ਪਾਉਣ ਦਾ ਕੀ ਫਾਇਦਾ, ਪਖੰਡ ਵਿਖਾਲਣ ਦਾ ਕੋਈ ਫਾਇਦਾ ਨਹੀਂ। ਨੌਕਰੀ ਦੇ ਲਾਲਚ ਨੂੰ ਤੇ ਗਾਤਰਾ ਵੀ ਪਾਈ ਫਿਰਨਾ, ਵਰਦੀ ਵੀ ਪਾਈ ਜਾਣੀ, ਖਾਈ ਪੀ ਵੀ ਜਾਣਾ। ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਜੋ ਕਰਨਾ ਸਾਹਮਣੇ ਕਰੋ। ਪੁਰਸ਼ ਦੁਨੀਆ ਦੇ ਸਾਹਮਣੇ ਬੜੇ ਧਰਮੀ ਸੱਤਵਾਦੀ ਸੰਤ ਹੋਣ ਦੇ ਦਿਖਾਵੇ ਕਰਦੇ ਨੇ। ਇਹ ਕਲਯੁਗ ਦੀ ਰੀਤੀ ਹੈ। ਇਸੇ ਤਰ੍ਹਾਂ ਉਹ ਸੰਤਾਂ ਨੇ ਆਪਦੇ ਚੇਲਿਆਂ ਨੂੰ ਪਰਖਣ ਲਈ ਕਬੂਤਰ ਦੇ ਕੇ ਭੇਜ ਦਿੱਤਾ। ਇੱਕ ਚੇਲਾ ਆਸ਼ਰਮ ਤੋਂ ਥੋੜ੍ਹੀ ਦੂਰੀ ਗਿਆ। ਉਹਨੇ ਇੱਧਰ ਉੱਧਰ ਵੇਖਿਆ ਵੀ ਕੋਈ ਵੇਖ ਨਹੀਂ ਰਿਹਾ। ਉਹਨੇ ਲੋਕੇ ਕਬੂਤਰ ਦੀ ਗਰਦਨ ਮਰੋੜ ਦਿੱਤੀ ਤੇ ਲਿਆ ਕੇ ਮਰਿਆ ਕਬੂਤਰ ਸੰਤਾਂ ਦੇ ਚਰਨਾਂ 'ਚ ਲਿਆ ਧਰਿਆ। ਕਹਿੰਦਾ ਜੀ ਲਓ ਮਹਾਰਾਜ, ਤੁਹਾਡਾ ਕੰਮ ਹੋ ਗਿਆ। ਦੂਜਾ ਕੁਝ ਵਿਚਾਰਵਾਨ ਸੀਗਾ, ਸਾਰਾ ਦਿਨ ਲੋਕ ਛਿਪ ਕੇ ਮੌਕਾ ਲੱਭਦਾ ਰਿਹਾ। ਕਦੇ ਕਿਸੇ ਕਾਂਦ ਵਿੱਚ ਜਾਏ, ਕਦੇ ਕਿਸੇ ਫਸਲ ਵਿੱਚ ਕਬੂਤਰ ਮਾਰਨਾ ਜਾਏ, ਪਰ ਮਾਰ ਨਾ ਸਕਿਆ। ਕਿਉਂਕਿ ਜੇ ਕਾਂਦ ਵਿੱਚ ਮਾਰਨ ਲੱਗਦਾ ਤਾਂ ਉੱਥੇ ਕਾਵਾਂ ਚਿੜੀਆਂ ਸੋਚਦਾ ਵੀ ਪੰਛੀ ਵੇਖ ਰਹੇ ਨੇ। ਜੰਗਲ ਦੇ ਵਿੱਚ ਚਲਾ ਗਿਆ। ਫਿਰ ਸੋਚਿਆ ਮਨਾ, ਮੇਰੀਆਂ ਅੱਖਾਂ ਇਹਨੂੰ ਵੇਖ ਰਹੀਆਂ, ਇਹਦੀਆਂ ਅੱਖਾਂ ਮੈਨੂੰ ਵੇਖ ਰਹੀਆਂ। ਫਿਰ ਅੱਖਾਂ ਦੇ ਪੱਟੀ ਬੰਨ੍ਹ ਲਈ। ਫਿਰ ਵਿਚਾਰਨ ਲੱਗਾ ਕਿ ਜਿਹੜਾ ਮੈਨੂੰ ਇਹਦੀ ਗਰਦਨ ਮਹਿਸੂਸ ਕਰਾ ਰਿਹਾ, ਇਹਦੀ ਗਰਦਨ ਇੱਥੋਂ ਮਰੋੜ, ਉਹ ਤਾਂ ਵੇਖ ਹੀ ਰਿਹਾ, ਪਰਮਾਤਮਾ ਤਾਂ ਵੇਖਦਾ ਹੀ ਆ। ਉਹ ਮਾਰ ਨਾ ਸਕਿਆ ਤੇ ਸਹੀ ਸਲਾਮਤ ਸ਼ਾਮ ਨੂੰ ਕਬੂਤਰ ਲਿਆ ਕੇ ਨਿਰਾਸ਼ਾ ਜਿਹਾ ਹੋਇਆ ਸੰਤਾਂ ਦੇ ਕੋਲ ਆ ਗਿਆ। ਉਹਨਾਂ ਨੇ ਪੁੱਛਿਆ ਕਿ ਭਾਈ ਤੂੰ ਸਾਡੇ ਹੁਕਮ ਦਾ ਪਾਲਣ ਕਿਉਂ ਨਹੀਂ ਕੀਤਾ, ਕਬੂਤਰ ਮਾਰ ਕੇ ਕਿਉਂ ਨਹੀਂ ਲਿਆਇਆ? ਤਾਂ ਉਹਨੂੰ ਹੱਥ ਜੋੜ ਕੇ ਬੜੀ ਅਧੀਨਗੀ ਨਾਲ ਕਿਹਾ ਕਿ ਹੇ ਗੁਰੂਦੇਵ, ਮੈਂ ਯਤਨ ਤਾਂ ਬੜੇ ਕੀਤੇ ਪਰ ਕਾਮਯਾਬ ਨਹੀਂ ਹੋ ਸਕਿਆ। ਮੈਂ ਤੁਹਾਡੀ ਸ਼ਰਤ ਅਨੁਸਾਰ ਕਬੂਤਰ ਨਹੀਂ ਮਾਰ ਸਕਿਆ। ਸੰਤਾਂ ਨੇ ਪੁੱਛਿਆ ਵੀ ਕੀ ਕਾਰਨ ਸੀ, ਤੂੰ ਕਾਮਯਾਬ ਕਿਉਂ ਨਹੀਂ ਹੋ ਸਕਿਆ? ਤਾਂ ਉਹਨੇ ਕਿਹਾ, ਹੇ ਮਹਾਰਾਜ, ਆਪਨੇ ਸ਼ਰਤ ਰੱਖੀ ਸੀ ਕਿ ਕਬੂਤਰ ਉੱਥੇ ਮਾਰਨਾ ਹੈ ਜਿੱਥੇ ਕੋਈ ਵੇਖੇ ਨਾ, ਪਰ ਮੈਨੂੰ ਐਸੀ ਥਾਂ ਕੋਈ ਲੱਭੀ ਹੋਈ ਨਹੀਂ ਜਿੱਥੇ ਰੱਬ ਵੇਖਦਾ ਨਾ ਹੋਵੇ। ਗੁਰੂ ਸਾਹਿਬ ਦਾ ਵੀ ਬਚਨ ਹੈ, ਜੈ ਜੈ ਵੇਖੋ ਤੈ ਹੈ ਹਜੂਰ, ਦੂਰ ਕਤਹੁ ਨ ਜਾਈ, ਰੱਬ ਰਹਿਆ ਸਰਬਤਰ ਮੈਂ, ਮਨ ਸਦਾ ਤੇ ਆਈ। ਮੈਂ ਜਿੱਥੇ ਲੋਕੇ ਮਾਰਨਾ ਚਾਹਿਆ ਤਾਂ ਤੁਹਾਡੇ ਦੁਆਰਾ ਬਖਸ਼ੇ ਗਿਆਨ ਸਦਕਾ ਮੈਨੂੰ ਪ੍ਰਤੀਤ ਹੁੰਦਾ ਰਿਹਾ ਕਿ ਪ੍ਰਭੂ ਤਾਂ ਸਭ ਥਾਂ ਹੀ ਵੇਖਦਾ ਹੈ। ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ। ਮੈਨੂੰ ਐਸੀ ਜਗ੍ਹਾ ਕੋਈ ਲੱਭੀ ਹੋਈ ਨਹੀਂ ਜਿੱਥੇ ਰੱਬ ਨਾ ਵੇਖਦਾ ਹੋਏ। ਇਸ ਲਈ ਹੇ ਮਹਾਰਾਜ, ਮੈਂ ਖਿਮਾ ਮੰਗਦਾ
कि आपदा हुक्म मैं पाल नहीं सकिया। संतां ने उठ के झट उहनूं छाती नाल ला लिया कि आ शाबाश, तू मेरी कसवटी दे खरा उतरे है। मैनू मांस खाण दी कोई वासना नहीं है, ना ही ये धर्मी पुरुषां दे खाण दे योग पदार्थ है। मैं तो तुहानूं परखण वास्ते सब कुछ कीता सी, तू खरा उतरिया। जद कि तेरा साथी असफल रहा। उन्होंने कहा भी चल भाई तू तुरदा लग, तेरा की भरोसा, अज तू कबूतर की गर्दन मरोड़ी है, कल नूं तू मेरी मरोड़ेगा। जिहदी कोई प्रॉपर्टी या कोई पैसा तेला या कोई कुर्सी उहदी जगह कोई अहुदा हथे आउणा होवे, उहनूं मारन दा 100 यतन करते हैं। कईयां दी एक्सीडेंट करा देंदे, कईयां दे जहाज ही क्रैश करा देंदे, कईयां नूं जहर दे देंदे। बड़ा कुछ दुनिया 'च हो रहा, सुन सुन करके कन पक जाते हैं। पर डर लगता वै, दुनिया इन्नी खतरनाक है। घरां दे विच भी इस तरह हुंदा है, आप दा घर वसाउण लई ते दूजे नूं खत्म कर देना। ये कलयुग का समा है, किसी ते भरोसा नहीं किया जाता। साध संगत जीओ, आ जिहड़ी आशा भौंसले है, इन्हें सारी उम्र विआह नहीं कराया। जिहड़े कलाकार हुंदे ने वो भावें किसी भी तरह के होण, वो रब दा ही रूप हुंदे ने। कलाकारी एवें नहीं मिलती। किन्नी उहदी बजुर्ग उम्र है, 80 साल के करीब होगी, पर उहदी आवाज़ अजे भी कमाल दी है। हरमंदिर साहिब मत्था टेकण आई। उहदी जिंदगी का नियम सीगा भी उन्हें किसी हथों रोटी नहीं खाधी। दुनिया इन्नी भैड़ी है भी संदूर खवा दिंदे ने, जिन्हों संदूर खवा दो उहदा गला बैठ जाता। इस वास्ते संसार तो बचना बड़ा कठिन है। लोग रब तो नहीं डरते, कहते कोई वेख नहीं रहा, पर परमात्मा जो है सच ये है कि वो सारिया थावां ते साडे कर्मां नूं वेख रहा है। ਉਹਦੇ ਤੋਂ कुछ भी गुझा नहीं है, बल्कि वो साडे हिरदे विच भी वस रहा है। तू हिरदे गुप्त वसै दिन राती, तेरा भाव ना बुझे गवारी। बेसमझ लोग फिर भी तेरा भेद नहीं समझते ਹਨ। सद ही नेड़ा दूर ना जाणो। इसलिए प्रभु परमात्मा नूं हमेशा नेड़े जानना करो, उन्होंने दूर ना जानो। गुर कै शब्द नजीक पछाणो। गुरां दे उपदेश द्वारा उन्होंने अपने नेड़े पहचान लो। बिगसै कमल किरण परगासै। जो पुरख इं नेड़े वेखदा है, उसका हिरदा रूपी कौल गुरु रूपी सूरज दियां ज्ञान रूप किरणां दे चानण करके करुणा मुदता मैत्री उपेक्षा आदਿਕ ਪੰਖੜੀਆਂ ਦੇ ਸਹਿਤ ਖੇਡਾਉਂਦਾ ਹੈ। ਪ੍ਰਗਟ ਕਰ ਦਿਖਾਇਆ। ਅਤੇ ਗੁਰੂ ਨੇ ਉਸ ਨੂੰ ਪ੍ਰਮਾਤਮਾ ਪ੍ਰਤੱਖ ਰੂਪ ਕਰਕੇ ਵਿਖਾਲ ਦਿੱਤਾ ਹੈ। ਆਪੇ ਕਰਤਾ ਸੱਚਾ ਸੋਈ। ਉਹ ਸੱਚਾ ਪ੍ਰਮਾਤਮਾ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ। ਆਪੇ ਮਾਰ ਜੀਵਾਲੇ ਆਵਰ ਨਾ ਕੋਈ। ਉਹ ਆਪ ਹੀ ਮਾਰ ਕੇ ਜੀਵਾਲਣ ਵਾਲਾ ਹੈ, ਭਾਵ ਆਪ ਹੀ ਮਾਰਦਾ ਅਤੇ ਆਪ ਹੀ ਪੈਦਾ ਕਰਦਾ ਹੈ। ਉਸ ਵਰਗਾ ਹੋਰ ਕੋਈ ਸਮਰੱਥ ਨਹੀਂ ਹੈ। ਇਸੇ ਪ੍ਰਕਾਰ ਆਪੇ ਮਾਰ ਜੀਵਾਲੇ ਆਵਰ ਨਾ ਕੋਈ। ਆਪ ਹੀ ਜਿਸ ਨੂੰ ਜੀਵਤ ਭਾਵ ਤੋਂ ਮਾਰ ਕੇ ਆਪ ਦੇ ਵੱਲ ਜੀਵਾ ਲੈਂਦਾ ਹੈ, ਉਸ ਨੂੰ ਇੱਕ ਪ੍ਰਭੂ ਤੋਂ ਬਿਨਾਂ ਹੋਰ ਕੋਈ ਵੀ ਪ੍ਰਤੀਤ ਨਹੀਂ ਹੁੰਦਾ। ਨਾਨਕ ਨਾਮ ਮਿਲੈ ਵਡਿਆਈ। ਸਤਿਗੁਰੂ ਮਹਾਰਾਜ ਸਾਹਿਬ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਾਰੂ 16 ਦੀ ਸਮਾਪਤੀ ਕਰਦੇ ਹੋਏ ਕਥਨ ਕਰਦੇ ਨੇ ਕਿ ਜਿਸ ਨੂੰ ਨਾਮ ਦੇ ਜਪਣ ਜਪਾਉਣ ਦੀ ਵਡਿਆਈ ਮਿਲਦੀ ਹੈ, ਆਪ ਗਵਾਏ ਸੁਖ ਪਾਇਆ। ਉਸ ਨੇ ਆਪਾ ਭਾਵ ਹੰਕਾਰ ਗਵਾ ਕੇ ਆਤਮਿਕ ਸੁਖ ਜਾਂ ਸੁਖ ਸਰੂਪ ਪ੍ਰਭੂ ਨੂੰ ਪਾ ਲਿਆ ਹੈ।
ਮਾਰੂ ਸੋਲਹੀ ਮਹਲਾ ਚੌਥਾ। ਹੁਣ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਮਾਰੂ ਰਾਗ ਵਿੱਚ ਉਚਾਰੇ ਹੋਏ ਸੋਲਹੇ ਪ੍ਰਾਰੰਭ ਹੋ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੱਚਾ ਆਪ ਸਵਾਰਨਹਾਰਾ। ਸੱਚ ਸਰੂਪ ਪਰਮੇਸ਼ਰ ਆਪ ਹੀ ਸਭ ਸ੍ਰਿਸ਼ਟੀ ਨੂੰ ਸੰਵਾਰਨ ਵਾਲਾ ਹੈ। ਅਵਰ ਨਾ ਸੂਜਸ ਬੀਜੀ ਕਾਰਾ। ਉਸ ਪ੍ਰਭੂ ਤੋਂ ਬਿਨਾ ਸਾਨੂੰ ਹੋਰ ਕੋਈ ਦੂਜੀ ਕਾਰ ਨਹੀਂ ਸੁਝਦੀ। ਗੁਰਮੁਖ ਸੱਚ ਵਸੈ ਘਟ ਅੰਤਰ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਹਿਰਦੇ ਵਿੱਚ ਸੱਚਾ ਨਾਮ ਵਸਦਾ ਹੈ। ਸਹਜੀ ਸੱਚ ਸਮਾਈ ਹੈ। ਉਸ ਦੀ ਸੁਤੇ ਸਿੱਧੀ ਸੱਚ ਸਰੂਪ ਦੇ ਵਿੱਚ ਲੀਨਤਾ ਹੋ ਜਾਂਦੀ ਹੈ। ਸਭਨਾ ਸੱਚ ਵਸੈ ਮਨ ਮਾਹੀ। ਹੇ ਭਾਈ ਸਭਨਾਂ ਦੇ ਹਿਰਦੇ ਵਿੱਚ ਸੱਚਾ ਪ੍ਰਭੂ ਵਸਦਾ ਹੈ। ਗੁਰ ਪ੍ਰਸਾਦੀ ਸਹਿਜ ਸਮਾਹੀ। ਪਰ ਸਤਿਗੁਰਾਂ ਦੀ ਕਿਰਪਾ ਕਰਕੇ ਹੀ ਉਸ ਪ੍ਰਭੂ ਦੇ ਸ਼ਾਂਤ ਸਰੂਪ ਦੇ ਵਿੱਚ ਸਮਾਈ ਹੁੰਦੀ ਲੀਨਤਾ ਪ੍ਰਾਪਤ ਹੁੰਦੀ ਹੈ। ਗੁਰ ਗੁਰ ਕਰਤ ਸਦਾ ਸੁਖ ਪਾਇਆ। ਗੁਰਮੁਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਸਦਾ ਰਹਿਣ ਵਾਲਾ ਆਤਮਿਕ ਆਨੰਦ ਪਾਇਆ ਗੁਰ ਹੈ। ਚਾਰਣੀ ਚਿਤ ਲਾਈ ਹੈ। ਅਤੇ ਆਪਣੇ ਮਨ ਦੀ ਬਿਰਤੀ ਵੀ ਗੁਰਾਂ ਦੇ ਚਰਨ ਕਮਲਾਂ ਵਿੱਚ ਲਾਉਣਾ ਕੀਤੀ ਹੈ। ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ। ਸਤਿਗੁਰੂ ਗਿਆਨ ਸਰੂਪ ਹੈ, ਸਤਿਗੁਰੂ ਹੀ ਪੂਜਾ ਦਾ ਸਰੂਪ ਹੈ। ਇਸੇ ਪ੍ਰਕਾਰ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ। ਸਤਿਗੁਰੂ ਅਪਰੋਖ ਗਿਆਨ ਦਾ ਦਾਤਾ ਹੈ, ਸਤਿਗੁਰੂ ਹੀ ਪੂਜਨ ਦੇ ਯੋਗ ਹੈ। ਸਤਿਗੁਰ ਸੇਵੀ ਅਵਰ ਨਾ ਦੂਜਾ। ਇਸ ਲਈ ਗੁਰਮੁਖ ਜਨ ਸਤਿਗੁਰਾਂ ਨੂੰ ਸੇਵਨਾ ਕਰਦੇ ਨੇ ਔਰ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਉਸ ਵਰਗਾ ਨਹੀਂ ਜਾਣਦੇ। ਸਤਿਗੁਰ ਤੇ ਨਾਮ ਰਤਨ ਧਨ ਪਾਇਆ। ਉਹਨਾਂ ਗੁਰਮੁਖਾਂ ਨੇ ਸਤਿਗੁਰਾਂ ਤੋਂ ਨਾਮ ਰੂਪੀ ਮਾਨਕ ਦਾ ਧਨ ਪਾਇਆ ਹੈ। ਸਤਿਗੁਰ ਕੀ ਸੇਵਾ ਪਾਈ ਹੈ। ਔਰ ਉਹਨਾਂ ਨੂੰ ਸਤਿਗੁਰਾਂ ਦੀ ਸੇਵਾ ਟਹਿਲ ਕਰਨੀ ਚੰਗੀ ਲੱਗਦੀ ਹੈ। ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ। ਬਿਨ ਸਤਿਗੁਰ ਜੋ ਦੂਜਾ ਲਾਗੇ। ਸਤਿਗੁਰਾਂ ਨੂੰ ਧਾਰਨ ਕੀਤੇ ਤੋਂ ਬਿਨਾਂ ਜਿਹੜੇ ਦਵੈਤ ਭਾਵ ਵਿੱਚ ਲੱਗੇ ਹੋਏ ਨੇ ਆਵਹਿ ਜਾਹੇ ਭ੍ਰਮ ਮਰਹਿ ਅਭਾਗੇ। ਉਹ ਭਾਗਾਂ ਤੋਂ ਹੀਣੇ ਭਰਮ ਦੇ ਕਾਰਨ ਮਰਦੇ ਹੋਏ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਨਾਨਕ ਤਿਨ ਕੀ ਫਿਰ ਗਤ ਹੋਵੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਕਿ ਭਾਈ ਜਿਹੜੇ ਦਵੈਤ ਭਾਵ ਦੇ ਵਿੱਚ ਲੱਗੇ ਨੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਜੁਗ ਚਾਰੇ ਪਰਮਾਈ। ਇਹ ਮਹਾਰਾਜ ਸੱਚੇ ਸਤਿਗੁਰੂ ਦੀ ਸੇਵਾ ਕਰਨ ਤੋਂ ਬਿਨਾਂ ਜੀਵਾਂ ਨੂੰ ਬਹੁਤਾ ਦੁੱਖ ਲੱਗ ਰਿਹਾ ਹੈ। ਅਸੀਂ ਆਪਣੇ ਕੀਤੇ ਕਰਮਾਂ ਕਰਕੇ ਵਿਛੜਿਆ, ਰੱਬ ਨਹੀਂ ਵਿਛੋੜਦਾ। ਕਿਰਤ ਕਰਮ ਕੇ ਵਿਛੜ ਕਰ ਕਿਰਪਾ ਮਿਲੋ ਰਾਮ। ਇਹ ਰਾਮ ਜੀ ਕਿਰਪਾ ਕਰਕੇ ਸਾਨੂੰ ਮੇਲ ਲਓ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਜੁਗ ਚਾਰੇ ਪਰਮਾਈ। ਹਮ ਦੀਨ ਤੁਮ ਜੁਗ ਜੁਗ ਜਾਤੇ ਸਬਦੇ ਦੇਹ ਬੁਝਾਈ। ਅਸੀਂ ਗਰੀਬ ਹਾਂ ਜੀ, ਥੱਕ ਗਏ ਹਾਂ ਮਹਾਰਾਜ ਜੂਨਾਂ 'ਚ ਭਟਕਦੇ ਹੋਏ। ਤੂੰ ਕਿਰਪਾ ਕਰਕੇ ਸਾਨੂੰ ਆਪ ਦੇ ਚਰਨਾਂ ਨਾਲ ਜੋੜ, ਸਾਨੂੰ ਸਮਝਾ ਦੇ ਜੀ। ਇਉਂ ਜਿਹੜਾ ਸਤਿਗੁਰੂ ਨੂੰ ਛੱਡ ਕੇ
ਤੇ ਦੁਐਤ ਭਾਵ ਦੇ ਵਿੱਚ ਦੇਵੀ ਦੇਵਤਿਆਂ 'ਚ ਲੱਗਾ ਹੋਇਆ। ਪੈਰੋਂ ਪੂਤ ਸ਼ੀਤਲਾ ਧਾਵੈ, ਖਰ ਬਾਹਣ ਉਹ ਛਾਰ ਉਡਾਵੈ। ਹਉਦੋਂ ਇੱਕ ਰਮਈਆ ਲੈ ਹੋ, ਆਣ ਦੇ ਬਦਲਾਵ ਨ ਦੇ ਹੋ ਰਹਾਓ। शिव शिव करते जो नर ध्यावै, बरद चढ़े डोरू ढमकावै। महा माई की पूजा करे, नर से नर होए ओ तरह। तू कहियत ही आद भवानी, मुक्त की बरिया कहाँ छपानी। गुरमत राम नाम गो हमीता, प्रणमय नामा इयों कह गीता। एक वाहिगुरु दे नाम तो बगैर द्वैत भाव ही है। ਜਿਹੜੇ ਸੱਚੇ ਸਤਿਗੁਰੂ ਦੇ ਨਾਮ ਤੋਂ ਬਗੈਰ ਦੁਐਤ ਭਾਵ 'ਚ ਲੱਗੇ ਨੇ, ਉਹ ਭਾਗਾਂ ਤੋਂ ਹੀਣੇ ਭਰਮ ਦੇ ਕਾਰਨ ਮਰਦੇ ਹੋਏ ਜੂਨਾਂ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਨੇ। ਨਾਨਕ ਤਿਨ ਕੀ ਫਿਰ ਗਤ ਹੋਵੈ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਇਹ ਭਾਈ ਮੁੜ ਕੇ ਉਹਨਾਂ ਦੀ ਤਾਂ ਕਲਿਆਣ ਹੋ ਸਕਦੀ ਹੈ ਗੁਰਮੁਖ ਰਹੇ ਸਰਣਾਈ ਹੈ। ਜੇਕਰ ਉਹ ਗੁਰਮੁਖ ਮੁਖੀ ਗੁਰਾਂ ਦੀ ਸ਼ਰਨ ਵਿੱਚ ਪਏ ਰਹਿਣ, ਜਾਂ ਜਿਹੜੇ ਗੁਰਾਂ ਦੀ ਸ਼ਰਨ 'ਚ ਪਏ ਰਹਿੰਦੇ ਨੇ, ਫਿਰ ਉਹਨਾਂ ਦੀ ਗਤੀ ਹੋ ਜਾਂਦੀ ਹੈ। ਗੁਰਮੁਖ ਪ੍ਰੀਤ ਸਦਾ ਹੈ ਸਾਚੀ। ਗੁਰਮੁਖ ਜਨਾਂ ਦੀ ਪ੍ਰੀਤੀ ਹਮੇਸ਼ਾ ਹੀ ਸੱਚੀ ਹੈ। ਸਤਿਗੁਰ ਤੇ ਮਾਗੋ ਨਾਮ ਜਾਚੀ। ਇਸ ਕਰਕੇ ਮੈਂ ਵੀ ਸਤਿਗੁਰਾਂ ਤੋਂ ਜਾਚਣ ਤੋਲਣ ਤੋਂ ਰਹਿਤ ਹਰੀ ਦਾ ਨਾਮ ਮੰਗਦਾ ਹਾਂ। ਓਹ ਦਇਆਲ ਕਿਰਪਾ ਕਰ ਹਰ ਜੀਓ। ਇਹ ਹਰੀ ਪ੍ਰਭੂ ਜੀਓ, ਤੂੰ ਦਇਆਵਾਨ ਹੁਣ ਕਰ ਅਤੇ ਆਪਣੀ ਮਿਹਰ ਕਰਕੇ ਰੱਖ ਲੇਵਾਹੋ ਗੁਰ ਸਰਣਾਈ ਹੈ। ਗੁਰੂ ਦੀ ਸ਼ਰਨ ਵਿੱਚ ਰੱਖ ਲੈਣਾ ਕਰ। ਰੱਖ ਹੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ। ਅੰਮ੍ਰਿਤ ਰਸ ਸਤਿਗੁਰੂ ਚ ਆਇਆ। ਇਉਂ ਬੇਨਤੀ ਕਰਨ ਤੋਂ ਅੰਮ੍ਰਿਤ ਨਾਮ ਰਸ ਸਤਿਗੁਰਾਂ ਨੇ ਮੇਰੇ ਹਿਰਦੇ ਵਿੱਚ ਚਵਾਉਣਾ ਕੀਤਾ ਹੈ। ਦਸਵੇਂ ਦੁਆਰ ਪ੍ਰਗਟ ਹੋਏ ਆਇਆ। ਤਦੋਂ ਦਸਮ ਦੁਆਰ ਵਿੱਚ ਜੋਗਾਨੰਦ ਪ੍ਰਤੱਖ ਹੋ ਆ ਗਿਆ ਹੈ। ਜਾਂ ਦਸਾਂ ਦੁਆਰੀਆਂ ਵਾਲੇ ਸਰੀਰ ਵਿੱਚ ਜੋਤੀ ਸਰੂਪ ਪਰਮਾਤਮਾ ਪ੍ਰਗਟ ਹੋ ਆਇਆ ਹੈ। ਅਨਹਦ ਸ਼ਬਦ ਵਜੈ ਧੁਨ ਬਾਣੀ। ਜਿਸ ਤਰ੍ਹਾਂ ਕੀਰਤਨ ਹੁੰਦਾ ਹੈ, ਇਸ ਤਰ੍ਹਾਂ ਉੱਥੇ ਦਸਮ ਦੁਆਰ ਵਿੱਚ ਕੀਰਤਨ ਹੋ ਰਿਹਾ ਹੈ। ਗੁਰਮੁਖਾਂ ਨੂੰ ਗੁਰਬਾਣੀ ਦਾ ਕੀਰਤਨ ਸੁਣਦਾ, ਜਿਹੜੇ ਜੋਗੀ ਨੇ ਉਹਨਾਂ ਨੂੰ ਵੈਸੇ ਸੰਗੀਤ ਸੁਣਦਾ ਹੈ, ਆਵਾਜ਼ਾਂ ਸੁਣਦੀਆਂ ਨੇ। ਧੁਨਾਕਾਰ ਸੰਗੀਤਮਈ ਬਾਣੀ ਵਾਲੇ ਆਦਿ ਤੋਂ ਰਹਿਤ ਸ਼ਬਦ ਵੱਜਦੇ ਹਨ। ਜਾਂ ਉੱਥੇ ਸੁੰਦਰ ਵਾਹਿਗੁਰੂ 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 ਸਤਿਨਾਮ ਰੂਪ ਬਾਣੀ ਕਰਕੇ ਹੱਦ ਤੋਂ ਰਹਿਤ। ਸੋ ਮਹਾਰਾਜ ਕਹਿੰਦੇ ਨੇ ਸਹਜ ਸਹਜ ਸਮਾਈ ਹੈ। ਬ੍ਰਹਮ ਪ੍ਰਗਟ ਹੋ ਆਉਂਦਾ ਹੈ ਤੇ ਸੁਭਾਵਿਕ ਹੀ ਸ਼ਾਂਤ ਸਰੂਪ ਦੇ ਵਿੱਚ ਲੀਨਤਾ ਹੋ ਜਾਂਦੀ ਹੈ। ਜਿਨ ਕਉ ਕਰਤਾ ਤੁਰ ਲਿਖ ਪਾਈ। ਜਿਨ੍ਹਾਂ ਨੂੰ ਰਚਨਹਾਰ ਪ੍ਰਭੂ ਨੇ ਤੁਰੋਂ ਹੀ ਆਪਣੀ ਪ੍ਰਾਪਤੀ ਭਗਤੀ ਦੀ ਲਿਖਤ ਲਿਖ ਕੇ ਪਾ ਦਿੱਤੀ ਹੈ। ਅਨ ਦਿਨ ਗੁਰ ਗੁਰ ਕਰਤ ਵਿਹਾਈ। ਉਹਨਾਂ ਦੀ ਸਾਰੀ ਉਮਰ ਸਾਰੀ ਅਵਸਥਾ ਰਾਤ ਦਿਨ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਬਤੀਤ ਹੁੰਦੀ ਹੈ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਜਿਸ ਤਰ੍ਹਾਂ ਡਾਕਟਰ ਦੀਵਾਨ ਸਿੰਘ CMC ਹਸਪੀਟਲ, ਜਿਨ੍ਹਾਂ ਨੇ ਮਹਾਂਪੁਰਖ ਬਾਬਾ ਸੁੰਦਰ ਸਿੰਘ ਸਾਹਿਬ ਨੂੰ ਉਹਨਾਂ ਦੀ ਅਵਸਥਾ ਪੁੱਛੀ ਸੀਗੀ ਅਤੇ ਮਹਾਂਪੁਰਖ ਕਹਿੰਦੇ ਤੁਸੀਂ ਦੱਸੋ। ਕਹਿੰਦੇ ਵੀ ਮੇਰੀ ਕਾਰ ਤੋਂ ਧੰਨ ਗੁਰੂ ਨਾਨਕ ਦੀ ਆਵਾਜ਼ ਆਉਂਦੀ ਹੈ। ਫਿਰ ਮਹਾਂਪੁਰਖ ਕਹਿੰਦੇ ਵੀ ਤੂੰ ਸਾਨੂੰ ਸਟੈਲੋਸਕੋਪ ਲਾ ਕੇ ਚੈੱਕ ਕਰ। ਅਤੇ ਜਿੱਥੇ ਉਹਨੇ ਧੜਕਣ ਚੈੱਕ ਕਰਨ ਲਈ ਉਹ ਲਾਈ ਆਪਦੀ ਟੂਟੀ ਜੀ, ਉੱਥੋਂ ਉਹਨੂੰ ਵਾਹਿਗੁਰੂ ਵਾਹਿਗੁਰੂ ਸਰੀਰ ਦੇ ਰੋਮ ਰੋਮ ਜੇ ਵਿੱਚੋਂ ਵਾਹਿਗੁਰੂ ਦੀ ਧੁਨੀ ਸੁਣਾਈ ਦਿੱਤੀ। ਐਸੀ ਮਹਾਰਾਜ ਦੀ ਕਿਰਪਾ ਹੈ। ਜਿਨ ਕਉ ਕਰਤਾ ਧੁਰ ਲਿਖ ਪਾਈ। ਇਉਂ ਜਿਨ੍ਹਾਂ ਨੂੰ ਰਚਨਹਾਰ ਪ੍ਰਭੂ ਨੇ ਧੁਰੋਂ ਹੀ ਆਪਣੀ ਪ੍ਰਾਪਤੀ
ਆਪਣੀ ਭਗਤੀ ਕਰਨ ਦੀ ਲਿਖਤ ਲੈ ਕੇ ਪਾ ਦਿੱਤੀ ਹੈ। ਆਨ ਦਿਨ ਗੁਰ ਗੁਰ ਕਰਤ ਵਿਹਾਈ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਡੇਗ ਰਹੋ ਦਿਨ ਰਾਤ, ਗੁਰ ਕੀ ਕੋਈ ਨਾ ਮੇਟੈ ਦਾਤ। ਇਹ ਗੁਰ ਸਤੋਤਰ ਵਿੱਚ ਬਚਨ ਨੇ। ਸੋ ਉਹਨਾਂ ਦੀ ਸਾਰੀ ਉਮਰ, ਸਾਰਾ ਸਮਾਂ ਦਿਨ ਰਾਤ ਗੁਰੂ ਗੁਰੂ ਕਰਦਿਆਂ, ਵਾਹਿਗੁਰੂ ਵਾਹਿਗੁਰੂ ਕਰਦਿਆਂ ਬਤੀਤ ਹੁੰਦਾ ਹੈ। ਬਿਨ ਸਤਿਗੁਰ ਕੋ ਸਿਜੈ ਨਾਹੀ, ਸਤਿਗੁਰਾਂ ਤੋਂ ਬਿਨਾ ਕੋਈ ਵੀ ਮੁਕਤੀ ਨੂੰ ਪ੍ਰਾਪਤ ਨਹੀਂ ਹੁੰਦਾ। ਗੁਰ ਚਾਰਣੀ ਚਿਤ ਲਾਈਏ, ਇਸੇ ਕਰਕੇ ਮੈਂ ਆਪਣੇ ਮਨ ਦੀ ਬਿਰਤੀ ਗੁਰਾਂ ਦੇ ਚਰਨ ਕਮਲਾਂ ਵਿੱਚ ਲਾਉਣਾ ਕੀਤੀ ਹੈ। ਭਾਵੈ ਤਿਸੈ ਆਪੇ ਦੇ, ਜਿਸ ਦੀ ਸ਼ਰਧਾ ਭਗਤੀ ਗੁਰੂ ਨੂੰ ਭਾ ਜਾਂਦੀ ਹੈ, ਤਿਸ ਨੂੰ ਗੁਰੂ ਆਪ ਹੀ ਨਾਮ ਦੀ ਬਖਸ਼ਿਸ਼ ਦਿੰਦਾ ਹੈ। ਗੁਰਮੁਖ ਨਾਮ ਪਦਾਰਥ ਲੈ, ਹਰੋ ਗੁਰਮੁਖ ਗੁਰਾਂ ਦੁਆਰਾ ਨਾਮ ਰੂਪੀ ਪਦਾਰਥ ਲੈਣਾ ਕਰਦਾ ਹੈ। ਆਪੇ ਕਿਰਪਾ ਕਰੇ ਨਾਮ ਦੇਵੈ, ਜਿਸ ਉੱਪਰ ਗੁਰੂ ਆਪ ਮਿਹਰ ਕਰਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਦੇਣਾ ਕਰਦਾ ਹੈ। ਨਾਨਕ ਨਾਮ ਸਮਾਈਏ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਫਿਰ ਉਹ ਪੁਰਖ ਪ੍ਰਭੂ ਦੇ ਨਾਮ ਦੇ ਵਿੱਚ ਹੀ ਲੀਨਤਾ ਪ੍ਰਾਪਤ ਕਰਦਾ ਹੈ, ਉਸ ਨੂੰ ਨਾਮ ਦੀ ਮਸਤੀ ਚੜੀ ਰਹਿੰਦੀ ਹੈ। ਗਿਆਨ ਰਤਨ ਮਨ ਪ੍ਰਗਟ ਭਇਆ, ਗਿਆਨ ਰੂਪੀ ਮਾਨਕ ਜਿਸ ਪੁਰਖ ਦੇ ਅੰਤःਕਰਨ ਵਿੱਚ ਪ੍ਰਤੱਖ ਸਾਖਸ਼ਾਤ ਹੋਇਆ ਹੈ, ਨਾਮ ਪਦਾਰਥ ਸਹਜੀ ਲਿਆ, ਉਸ ਨੇ ਜੀਵਨ ਮੁਕਤੀ ਵਾਸਤੇ ਨਾਮ ਰੂਪ ਪਦਾਰਥ ਨੂੰ ਸੁਤੇ ਸਿੱਧ ਹੀ ਲੈਣਾ ਕੀਤਾ, ਜਪਣਾ ਕੀਤਾ ਹੈ। ਵਡਿਆਈ ਗੁਰ ਤੇ ਪਾਈ, ਪਰ ਇਹ ਨਾਮ ਦੀ ਜੀਵਨ ਮੁਕਤੀ ਦੀ ਵਡਿਆਈ ਗੁਰਾਂ ਤੋਂ ਹੀ ਪਾਈ ਦੀ ਹੈ। ਸਤਿਗੁਰ ਕਾ ਸਦ ਬਲ ਜਾਈਏ, ਇਸ ਲਈ ਮੈਂ ਸਤਿਗੁਰਾਂ ਤੋਂ ਹਮੇਸ਼ਾ ਸੈਂਕੜੇ ਵਾਰ ਬਲਿਹਾਰ ਜਾਂਦਾ ਹਾਂ। ਪ੍ਰਗਟਿਆ ਸੂਰ ਨਿਸਮਿਟਿਆ ਅੰਧਿਆਰਾ, ਜਿਵੇਂ ਜਦੋਂ ਸੂਰਜ ਚੜ੍ਹਦਾ ਹੈ ਤਾਂ ਰਾਤ ਵੀ ਮਿਟ ਜਾਂਦੀ ਹੈ ਤੇ ਹਨੇਰਾ ਵੀ ਮਿਟ ਜਾਂਦਾ, ਬਲਕਿ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਹਨੇਰਾ ਚੁੱਕਿਆ ਜਾਂਦਾ ਹੈ। ਗਿਆਨ ਮਿਟਿਆ ਗੁਰ ਰਤਨ ਅਪਾਰਾ, ਇਸੇ ਤਰ੍ਹਾਂ ਜਦ ਗੁਰਾਂ ਦਾ ਗਿਆਨ ਰੂਪੀ ਸੂਰਜ ਪ੍ਰਗਟ ਹੁੰਦਾ ਹੈ, ਉਸ ਵੇਲੇ ਅਵਿਦਿਆ ਰੂਪੀ ਰਾਤ ਵੀ ਮਿਟ ਜਾਂਦੀ ਹੈ ਅਤੇ ਅਗਿਆਨ ਦਾ ਹਨੇਰਾ ਵੀ ਮਿਟ ਜਾਂਦਾ। ਜਦ ਅਗਿਆਨ ਰੂਪੀ ਹਨੇਰਾ ਮਿਟ ਗਿਆ ਤਾਂ ਪਾਰਾਵਾਰ ਤੋਂ ਰਹਿਤ ਗੁਰਾਂ ਦੇ ਗਿਆਨ ਰੂਪੀ ਰਤਨ ਦਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਜਿੱਥੇ ਪ੍ਰਕਾਸ਼ ਹੋ ਗਿਆ ਉੱਥੇ ਅਗਿਆਨ ਨੇ ਕੀ ਰਹਿਣਾ ਹੈ। ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ, ਉੱਥੇ ਕੋਟ ਸੂਰ ਨਾਨਕ ਪ੍ਰਗਾਸ ਕਰੋੜਾਂ ਸੂਰਜਾਂ ਜੈਸਾ ਪ੍ਰਕਾਸ਼ ਹੈ। ਜਿਤਨਾ ਚੈਨ ਚੱਲਦੀ ਹੈ, ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਦੀ ਲੜੀ ਸੋ ਜਿਹੜੀ ਜਗਦੀ ਹੈ ਉਹ ਕੰਟੀਨਿਊ ਹਿਰਦੇ ਦੇ ਵਿੱਚ, ਮਨ ਦੇ ਵਿੱਚ ਉਹ ਹਮੇਸ਼ਾ ਚੱਲਦੀ ਰਹਿੰਦੀ ਹੈ। ਸਤਿਗੁਰ ਗਿਆਨ ਰਤਨ ਅਤ ਭਾਰੀ, ਸਤਿਗੁਰਾਂ ਦੇ ਪਾਸ ਅਤਿਅੰਤ ਹੀ ਵੱਡਾ ਬੇਕੀਮਤਾ ਗਿਆਨ ਰੂਪੀ ਰਤਨ ਹੈ। ਪਰਮ ਮਿਲੈ ਸੁਖ ਪਾਈਏ, ਜਿਸ ਨੂੰ ਪ੍ਰਭੂ ਦੀ ਬਖਸ਼ਿਸ਼ ਕਰਕੇ ਗਿਆਨ ਮਿਲਦਾ ਹੈ ਉਹ ਆਤਮਿਕ ਸੁਖ ਪਾਉਣਾ ਕਰਦਾ ਹੈ। ਗੁਰਮੁਖ ਨਾਮ ਪ੍ਰਗਟੀ ਹੈ ਸੋਏ, ਗੁਰਮੁਖਾਂ ਦੇ ਹਿਰਦੇ ਅੰਦਰ ਨਾਮ ਵਸਿਆ ਹੋਇਆ ਹੈ, ਜਿਸ ਕਰਕੇ ਉਹਨਾਂ ਦੀ ਸ਼ੋਭਾ ਦੁਨੀਆ ਵਿੱਚ ਪ੍ਰਗਟ ਹੋ ਰਹੀ ਹੈ। ਅਸੀਂ ਝੰਡੀਆਂ ਚੁੱਕੀ ਫਿਰਦੇ ਹਾਂ, ਨਿਆਣਿਆਂ ਨੂੰ ਮਗਰ ਲਾਈ ਫਿਰਦੇ ਹਾਂ ਵੀ ਸਾਡੀ ਸ਼ੋਭਾ ਹੋਏ, ਜਿੰਦਾਬਾਦ ਜਿੰਦਾਬਾਦ। ਅੱਜ ਜਦੋਂ ਵੋਟਾਂ ਹੁੰਦੀਆਂ ਕਮਲੀ ਦੁਨੀਆ ਵੇਖਣ ਵਾਲੀ ਹੁੰਦੀ ਹੈ, ਜਿਹਨੂੰ ਕਦੀ ਵੀ ਨਹੀਂ ਬੁਲਾਇਆ ਉਹਨੂੰ ਵੀ ਕਹਿਣਗੇ ਸਤਿ ਸ੍ਰੀ ਅਕਾਲ, ਨਾ ਅੱਗੋਂ ਨਾ ਪਿੱਛੋਂ। ਮੁੜ ਕੇ ਫਿਰ ਤੂੰ ਕੌਣ ਦੇ ਮੈਂ ਕੌਣ, ਜਿੱਤ ਗਏ ਤਾਂ ਆਪਦੇ ਘਰ ਨੂੰ, ਜੇ ਹਾਰ ਗਏ ਫਿਰ ਮੂੰਹ ਪਰਾਂ ਨੂੰ ਕਰ ਲੈਣਾ। ਇਉਂ ਦੁਨੀਆ ਸ਼ੋਭਾ ਨੂੰ ਲੱਭਦੀ ਫਿਰਦੀ ਹੈ ਪਰ ਸ਼ੋਭਾ ਮਿਲਦੀ ਨਹੀਂ। ਜਿਹੜੇ ਗੁਰਮੁਖ ਨੇ
ਜਿਨ੍ਹਾਂ ਦੇ ਹਿਰਦੇ ਵਿੱਚ ਮਹਾਰਾਜ ਦਾ ਨਾਮ ਵਸਿਆ ਹੋਇਆ ਹੈ, ਉਹਨਾਂ ਦੀ ਜਿਹੜੀ ਸ਼ੋਭਾ ਹੈ ਚੌਂ ਯੁੱਗਾਂ ਦੇ ਵਿੱਚ, ਲੋਕ ਪਰਲੋਕ ਦੇ ਵਿੱਚ, ਉਹਨਾਂ ਦੀ ਇਸ ਦੁਨੀਆ ਦੇ ਵਿੱਚ ਤਾਂ ਹੋਣੀ ਵੀ ਹੈ। ਧਰਮਰਾਜ ਦੀ ਕਚਹਿਰੀ 'ਚ ਵੀ ਪ੍ਰਕਾਸ਼ ਪਹੁੰਚ ਜਾਂਦਾ ਵੀ ਕੋਈ ਆਤਮਾ ਆ ਰਹੀ ਹੈ। ਮਹਾਰਾਜ ਜਨਕ ਵਰਗੀ ਰੇ ਰੇ ਦਰਗਾਹ ਕਹੈ ਨ ਕੋ ਆਓ ਬੈਠ ਆਦਰ ਸੁਭ ਦੇਉ। ਚੌ ਜੁਗ ਨਿਰਮਲ ਹੱਛਾ ਲੋਏ। ਉਹਨਾਂ ਦਾ ਚਾਰੇ ਯੁੱਗਾਂ ਵਿੱਚ ਹੀ ਉਜਲ ਤੇ ਚੰਗਾ ਜਸ ਪ੍ਰਕਾਸ਼ ਹੋ ਰਿਹਾ ਹੈ। ਨਾਮੇ ਨਾਮ ਰਤੇ ਸੁਖ ਪਾਇਆ। ਉਹਨਾਂ ਗੁਰਮੁਖਾਂ ਨੇ ਨਾਮੀ ਦੇ ਨਾਮ ਦੇ ਵਿੱਚ ਰੰਗੇ ਹੋਇਆਂ ਨੇ ਆਤਮਿਕ ਆਨੰਦ ਪਾਇਆ ਹੈ। ਨਾਮ ਰਹਿਆ ਲਿਵ ਲਾਈਏ। ਉਹਨਾਂ ਦਾ ਮਨ ਪ੍ਰਭੂ ਦੇ ਨਾਮ ਦੇ ਵਿੱਚ ਹੀ ਬਿਰਤੀ ਲਾ ਕੇ ਰਹਿ ਰਿਹਾ ਹੈ। ਗੁਰਮੁਖ ਨਾਮ ਪ੍ਰਾਪਤ ਹੋਵੇ। ਇਹ ਭਾਈ ਜਿਸ ਗੁਰਮੁਖ ਨੂੰ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ, ਸਹਿਜੇ ਜਾਗੈ ਸਹਿਜੇ ਸੋਵੈ। ਉਹ ਸੁਤੇ ਸਿੱਧ ਹੀ ਜਾਗਦਾ ਤੇ ਸੁਤੇ ਸਿੱਧ ਹੀ ਸੌਂਦਾ ਹੈ। ਜਾਂ ਮਹਾਰਾਜ ਫਰਮਾਉਂਦੇ ਨੇ, ਸਹਿਜੇ ਜਾਗੈ ਸਹਿਜੇ ਸੋਵੈ। ਉਹਦਾ ਮਨ ਗਿਆਨ ਅਵਸਥਾ ਵਿੱਚ ਜਾਗਦਾ ਤੇ ਸ਼ਾਂਤੀ ਰੂਪ ਨਿਰਵਿਕਲਪ ਸਮਾਧੀ ਵਿੱਚ ਬਿਰਾਜਮਾਨ ਹੁੰਦਾ ਹੈ। ਗੁਰਮੁਖ ਨਾਮ ਸਮਾਏ ਸਮਾਵੈ। ਸੋ ਜਿਹੜੇ ਗੁਰਮੁਖ ਹੁੰਦੇ ਨੇ ਗੁਰਾਂ ਦੁਆਰਾ ਨਾਮ ਦੇ ਵਿੱਚ ਲੀਨ ਹੋ ਕੇ ਪ੍ਰਭੂ ਵਿੱਚ ਅਭੇਦ ਹੋ ਜਾਂਦੇ ਨੇ। ਨਾਨਕ ਨਾਮ ਧਿਆਈਏ। ਸਤਿਗੁਰੂ ਰਾਮਦਾਸ ਜੀ ਕਥਨ ਕਰਦੇ ਨੇ ਕਿ ਜੋ ਪ੍ਰਭੂ ਦੇ ਨਾਮ ਨੂੰ ਧਿਆਉਂਦੇ ਨੇ ਉਹੀ ਸਮਾਉਂਦੇ ਨੇ। ਜਾਂ ਗੁਰਮੁਖ ਹਰ ਸਮੇਂ ਨਾਮ ਦੀ ਸਮਾਏ ਮਸਤੀ ਵਿੱਚ ਸਮਾਏ ਰਹਿੰਦੇ ਨੇ। ਜਾਂ ਜੋ ਗੁਰਮੁਖ ਨਾਮ ਦੇ ਵਿੱਚ ਸਮਾ ਗਏ ਨੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਨਾਮ ਦੇ ਵਿੱਚ ਸਮਾ ਜਾਂਦੇ ਨੇ। ਨਾਨਕ ਨਾਮ ਧਿਆਈਏ। ਸਹਿ ਫਰਮਾਉਂਦੇ ਨੇ ਕਿਉਂਕਿ ਉਹ ਨਾਮ ਨੂੰ ਧਿਆਉਂਦੇ ਹਨ। ਨਾਮ ਧਿਆਉਣਾ ਹੀ ਨਾਮੀ ਦੇ ਵਿੱਚ ਸਮਾਉਣਾ ਹੈ। ਗੁਰਮ ਭਗਤਾ ਮੁਖ ਅੰਮ੍ਰਿਤ ਹੈ ਬਾਣੀ। ਭਗਤਾਂ ਦੇ ਮੁਖ ਵਿੱਚ ਅੰਮ੍ਰਿਤ ਰੂਪ ਬਾਣੀ ਵਸੀ ਰਹਿੰਦੀ ਹੈ। ਇਸੇ ਪ੍ਰਕਾਰ ਭਗਤਾ ਮੁਖ ਅੰਮ੍ਰਿਤ ਹੈ ਬਾਣੀ। ਜੋ ਮੁਖੀ ਗੁਰਾਂ ਨੇ ਜਿਹੜੀ ਗੁਰਬਾਣੀ ਨੂੰ ਕਥਨ ਕੀਤਾ ਹੈ ਆਪ ਦੇ ਮੁਖ ਦੁਆਰਾ, ਭਗਤਾਂ ਦੇ ਅੰਤःਕਰਨ ਰੂਪੀ ਮੁਖ ਵਿੱਚ ਉਹ ਅਮਰ ਕਰਨ ਵਾਲੀ ਤੁਰ ਕੀ ਬਾਣੀ ਵਸੀ ਹੋਈ ਹੈ। ਗੁਰਮੁਖ ਹਰ ਨਾਮ ਆਖ ਵਖਾਣੀ। ਗੁਰਮੁਖ ਜਨ ਆਪਣੇ ਮੁਖ ਦੁਆਰਾ ਹਰੀ ਪਰਮੇਸ਼ਰ ਦਾ ਨਾਮ ਕਥਨ ਕਰਦੇ ਰਹਿੰਦੇ ਹਨ। ਇਸੇ ਪ੍ਰਕਾਰ ਗੁਰਮੁਖ ਹਰ ਨਾਮ ਆਖ ਵਖਾਣੀ। ਜੋ ਮੁਖੀ ਗੁਰਾਂ ਨੇ ਹਰੀ ਦਾ ਨਾਮ ਕਹਿਣਾ ਕੀਤਾ ਹੈ, ਗੁਰਮੁਖ ਜਨ ਉਸ ਹਰੀ ਨਾਮ ਦਾ ਹੀ ਵਖਿਆਣ ਅਭਿਆਸ ਕਰਦੇ ਨੇ। ਜਾਂ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ। ਭਗਤਾਂ ਦੇ ਮੁਖ ਦੇ ਵਿੱਚ ਅੰਤःਕਰਨ ਵਿੱਚ ਅੰਮ੍ਰਿਤ ਬਾਣੀ ਹੈ। ਉਹ ਗੁਰਮੁਖ ਮੁਖੀ ਗੁਰਾਂ ਦੁਆਰਾ ਕਹੀ ਹੋਈ ਬਾਣੀ ਨੂੰ ਹਰੀ ਨਾਮ ਜਪਦਿਆਂ ਹੋਇਆਂ ਆਖ ਵਖਾਣੀ ਮੁਖੋਂ ਕਹਿ ਕੇ ਤੇ ਦੂਜਿਆਂ ਦੇ ਵਿੱਚ ਵਖਿਆਣ ਕਥਾ ਕੀਰਤਨ ਆਦਿ ਕਰਦੇ ਨੇ। ਹਰ ਹਰ ਕਰਤ ਸਦਾ ਮਨ ਬਿਗਸੈ। ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਉਚਾਰਨ ਕਰਦਿਆਂ ਉਹਨਾਂ ਦਾ ਹਿਰਦਾ ਹਮੇਸ਼ਾ ਖਿੜਿਆ ਰਹਿੰਦਾ ਹੈ। ਚਰਣੀ ਮਨ ਲਾਈਏ। ਮੈਨੂੰ ਭੁਲੇਖਾ ਪਿਆ ਕਿ ਗੁਰੂ ਆਖਿਆ ਹਰ ਚਰਣੀ ਮਨ ਲਾਈਏ। ਸੋ ਉਹਨਾਂ ਨੇ ਹਰੀ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਆਪਣੇ ਮਨ ਦੀ ਪ੍ਰੀਤੀ ਲਾਉਣਾ ਕੀਤੀ ਹੈ। ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ। ਬੇਨਤੀ ਕਰਨ ਦੀ ਜਾਚ ਦੱਸਦੇ ਨੇ ਕਿ ਇੰਜ ਬੇਨਤੀ ਕਰੋ। ਭਾਵੇਂ ਜਿੰਨਾ ਮਰਜ਼ੀ ਗਿਆਨੀ ਹੋਵੇ, ਧਿਆਨੀ ਹੋਵੇ, ਸੰਤ ਹੋਵੇ, ਸਾਧੂ ਹੋਵੇ, ਉਹ ਸਭ ਕੁਝ ਅਸੀਂ ਆਪਦੇ ਘਰ ਵਿੱਚ ਆ, ਆਪਦੇ ਬੱਚਿਆਂ ਲਈ, ਆਪਦੇ ਪਰਿਵਾਰ ਲਈ ਆ, ਆਂਢ ਗੁਆਂਢ ਲਈ ਆ। ਪਰ ਗੁਰਦੁਆਰੇ ਸਾਨੂੰ ਮੂਰਖ ਬਣ ਕੇ ਆਉਣਾ ਚਾਹੀਦਾ ਜੇ ਕੁਛ ਆਪਾਂ ਲੈਣਾ ਚਾਹੁੰਦੇ ਆ। ਇੱਥੇ ਵਡਿਆਈ ਕਰਾਉਣ ਨਹੀਂ ਆਈਦਾ, ਵਡਿਆਈ ਕਰਨ ਆਈਦਾ ਹੈ।
ਇੱਥੇ ਆਪ ਦਾ ਆਪ ਵਿਖਾਉਣ ਨਹੀਂ ਆਈਦਾ, ਗਹਿਣਾ ਗੱਟਾ ਪਾ ਕੇ ਆਪ ਦਾ ਮੂੰਹ ਮਾਂ ਸਵਾਰ ਕੇ ਇੱਥੇ ਵੇਖਣ ਆਈਦਾ ਗੁਰੂ ਨੂੰ। ਇਹ ਭਾਵਨਾ ਹੋਣੀ ਚਾਹੀਦੀ ਹੈ। ਇੱਥੇ ਸਪੀਚ ਕਰਨ ਵਾਸਤੇ ਆਪ ਦੀ ਗੱਲ ਸੁਣਾਉਣ ਨਹੀਂ ਆਈਦਾ, ਗੁਰੂ ਦੀ ਗੱਲ ਸੁਣਨ ਆਈਦਾ ਹੈ। ਸੋ ਇਹ ਭਾਵਨਾ ਮਨ ਦੇ ਵਿੱਚ ਰੱਖਾਂਗੇ ਤਾਂ ਕੁਛ ਲੈ ਕੇ ਜਾਵਾਂਗੇ। ਇੱਥੇ ਸਾਹਬ ਬਣ ਕੇ ਨਹੀਂ ਆਈਦਾ, ਗਲ 'ਚ ਹਾਰ ਪਾ ਕੇ, ਹਾਰ ਹੱਥ 'ਚ ਫੜ ਕੇ ਗੁਰੂ ਦੇ ਗਲ ਪਾਉਣ ਆਈਦਾ, ਤੇ ਦਾਸਾ ਭਾਵ ਧਾਰ ਕੇ ਨਿਮਰਤਾ ਵਿੱਚ ਆਈਦਾ ਜੇ ਕੁਛ ਲੈਣਾ ਹੈ। ਤੇ ਇਸ ਲਈ ਮਹਾਰਾਜ ਕਹਿੰਦੇ ਨੇ, ਸਾਡੀ ਬੇਨਤੀ ਹੈ ਸੱਚਿਆ ਪਾਤਸ਼ਾਹ, ਅਸੀਂ ਜੀਵ ਮੂਰਖ ਹਾਂ। ਗੁਰੂ ਰਾਮਦਾਸ ਨੇ ਤਾਂ ਭਲਾ ਕੀ ਇਸ ਤਰ੍ਹਾਂ ਕਹਿਣਾ ਹੋਇਆ, ਉਹ ਸਾਡੇ ਵੱਲੋਂ ਜਿਸ ਤਰ੍ਹਾਂ ਅਰਦਾਸੀਆ ਅਰਦਾਸ ਕਰਦਾ, ਸਾਰਿਆਂ ਦੀ ਅਰਦਾਸ ਅਰਦਾਸੀਆ ਕਰਦਾ, ਇਹ ਸਾਡੇ ਸਾਰਿਆਂ ਦੀ ਅਰਦਾਸ ਗੁਰੂ ਰਾਮਦਾਸ ਜੀ ਕਰ ਰਹੇ ਵੀ ਮੈਂ ਮੂਰਖ, ਮਤਲਬ ਅਸੀਂ ਇਹ ਜਿੰਨੇ ਵੀ ਜੀਵ ਨੇ ਇਹ ਸਾਰੇ ਹੀ ਮੂਰਖ ਨੇ ਮਹਾਰਾਜ, ਬੇਸਮਝ ਸ਼ਾਸਤਰ ਗਿਆਤ ਤੋਂ ਹੀ ਨੇ, ਸਰੂਪ ਦੇ ਗਿਆਨ ਤੋਂ ਰਹਿਤ ਹਾਂ, ਤੇ ਸਾਨੂੰ ਗਿਆਨ ਕਿਛ ਨਾਹੀ, ਪਰਮਾਰਥ ਦੇ ਗਿਆਨ ਦੀ ਵੀ ਕੋਈ ਸਮਝ ਨਹੀਂ ਹੈ। ਜਾਂ ਹੰਗਤਾ ਮਮਤਾ ਵਾਲੇ ਜੀਵ ਮੂਰਖ ਅਤੇ ਅਗਿਆਨੀ ਨੇ, ਉਹਨਾਂ ਨੂੰ ਕੁਝ ਵੀ ਗਿਆਨ ਨਹੀਂ ਹੈ। ਸਤਿਗੁਰ ਤੇ ਸਮਝ ਬੜੀ ਮਨ ਮਾਹੀ, ਇਹ ਪਰਮਾਤਮਾ ਸਤਿਗੁਰਾਂ ਤੋਂ ਹੀ ਮਨ ਹਿਰਦੇ ਵਿੱਚ ਤੇਰੇ ਸਰੂਪ ਦੀ ਕੁਝ ਸਮਝ ਪਈ ਹੈ। ਤੇ ਸਮਝ ਪੈਣ ਤੋਂ ਇਹ ਨਹੀਂ ਵੀ ਆਪਾਂ ਰੱਬ ਬਣ ਗਏ ਹਾਂ, ਸੋਝੀ ਪਾਉਣ ਵਾਲਾ ਤਾਂ ਵਾਹਿਗੁਰੂ ਹੀ ਆ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਤਾਂ ਆਪਾਂ ਸੇਵਕ ਹੀ ਹਾਂ। ਓਹ ਦਇਆਲ ਕਿਰਪਾ ਕਰ ਹਰਿ ਜੀਓ, ਇਹ ਹਰੀ ਪਰਮੇਸ਼ਰ ਜੀ ਤੂੰ ਸਾਡੇ ਉੱਪਰ ਦਿਆਲੂ ਹੋ ਤੇ ਆਪਣੀ ਮਿਹਰ ਕਰ। ਸਤਿਗੁਰ ਕੀ ਸੇਵਾ ਲਾਈਏ, ਸੇਵਾ ਕਰਕੇ ਹੀ ਤਾਂ ਆਪਾਂ ਪ੍ਰਧਾਨ ਬਣੇ ਆ ਜਾਂ ਕਾਰ ਸੇਵਾ ਵਾਲੇ ਸੰਤ ਬਣੇ ਆ, ਤੇ ਆਪਾਂ ਕਿਧਰੋਂ ਵੱਡੇ ਹੋ ਗਏ। हे ਮਹਾਰਾਜ ਤੇਰੇ ਤਾਂ ਦਾਸ ਹੀ ਆ, ਤੂੰ ਸਾਨੂੰ ਆਪਦੀ ਸੇਵਾ ਟਹਿਲ ਚਲਾਉਣਾ ਕਰ। ਸਤਿਗੁਰ ਜਾਤਾ ਤਿਨ ਏਕ ਪਛਾਤਾ, ਜਿਨ੍ਹਾਂ ਨੇ ਸਤਿਗੁਰੂ ਨੂੰ ਪਾਰ ਬ੍ਰਹਮ ਰੂਪ ਕਰਕੇ ਜਾਣਿਆ, ਤਿਨ੍ਹਾਂ ਨੇ ਅਦਵੈਤ ਸਰੂਪ ਪਰਮਾਤਮਾ ਨੂੰ ਆਪਣਾ ਆਤਮਾ ਰੂਪ ਕਰਕੇ ਪਹਿਚਾਣਿਆ ਹੈ ਕਿ ਸਰਬੇ ਰਵ ਰਹਿਆ ਸੁਖ ਦਾਤਾ, ਉਹ ਸੁਖ ਦੇਣ ਵਾਲਾ ਪ੍ਰਭੂ ਸਭ ਥਾਵਾਂ ਵਿੱਚ ਵਿਆਪਕ ਹੋ ਰਿਹਾ ਹੈ। ਆਤਮ ਚੀਨ ਪਰਮ ਪਦ ਪਾਇਆ, ਉਹਨਾਂ ਨੇ ਹੀ ਬ੍ਰਹਮ ਆਤਮ ਨੂੰ ਜਾਂ ਆਪਣੇ ਆਪ ਨੂੰ ਜਾਣ ਕੇ ਵੱਡੀ ਕੇਵਲ ਮੋਖ ਵਾਲੀ ਪਦਵੀ ਨੂੰ ਪਾਇਆ ਹੈ। ਸੇਵਾ ਸੁਰਤ ਸਮਾਈ ਹੈ, ਉਹਨਾਂ ਦੀ ਸੁਰਤੀ ਗੁਰਾਂ ਦੀ ਸੇਵਾ ਟਹਿਲ ਕਰਨ ਵਿੱਚ ਮਿਲੀ ਰਹਿੰਦੀ ਹੈ। ਤਿਨ ਕਾ ਯਾਦ ਮਿਲੀ ਵਡਿਆਈ, ਜਿਨ੍ਹਾਂ ਨੂੰ ਮੁੱਢ ਧੁਰੋਂ ਹੀ ਨਾਮ ਦੀ ਸ਼ੋਭਾ ਮਿਲੀ ਹੋਈ ਹੈ। ਸਤਿਗੁਰ ਮਨ ਵਸਿਆ ਲਿਵ ਲਾਈ, ਉਹਨਾਂ ਦੇ ਹਿਰਦੇ ਵਿੱਚ ਸਤਿਗੁਰਾਂ ਦਾ ਉਪਦੇਸ਼ ਵਸ ਗਿਆ ਹੈ ਅਤੇ ਉਹਨਾਂ ਨੇ ਹੀ ਨਾਮ ਦੇ ਵਿੱਚ ਆਪਣੀ ਬਿਰਤੀ ਆਪਣੀ ਪ੍ਰੀਤੀ ਲਾਉਣਾ ਕੀਤੀ ਹੈ। ਆਪ ਮਿਲਿਆ ਜਗ ਜੀਵਨ ਦਾਤਾ, ਉਹਨਾਂ ਨੂੰ ਹੀ ਜਗ ਦਾ ਜੀਵਨ ਤੇ ਦਾਤਾ ਰੂਪ ਪਰਮਾਤਮਾ ਆਪ ਆ ਕੇ ਮਿਲਿਆ ਹੈ। ਨਾਨਕ ਅੰਕ ਸਮਾਈ ਹੈ, ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਉਹਨਾਂ ਦੀ ਵਾਹਿਗੁਰੂ ਦੇ ਸਰੂਪ ਦੇ ਵਿੱਚ ਲੀਨਤਾ ਹੁੰਦੀ ਹੈ। ਸਤਿਗੁਰੂ ਦੀ ਰਹਿਮਤ ਹੋਈ ਹੈ, ਨਿਯਤ ਸਮਾਂ ਸਮਾਪਤ ਹੋਇਆ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਤਿਨ ਕਾ ਯਾਦ ਮਿਲੀ ਵਡਿਆਈ, ਸਤਿਗੁਰ ਮਨ ਵਸਿਆ ਲਿਵ ਲਾਈ, ਆਪ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ